स्वागत। सो पंजाब वन टीवी वेखण वाले सारे तमाम दर्शकों को बहुत बहुत जी आया आखते हैं अपने इस प्यारे जे प्रोग्राम दे विच जिसका नाम है खरियां खोटियां। सो लैके हाज़र हुन्ने आ असीं एक वखरा विशा ते जिहदे विच असीं गलबात करदे हां ते मेरे नाल कमलप्रीत जी ने की होया गुस्से गुस्से लग रहे हो बोले नहीं बस पुछो ना मैनू तुसीं हुण की हो गया देखण तो ही लग रहा तुसीं तां इदां सिद्धू वांगू मूँह फैला के बह गए जिद्दां ओह करदा है नवजोत सिद्धू हसा ही दिता नवजोत सिद्धू दा नाम लेके देख लो भी फिर नवजोत सिद्धू दी चढ़ाई है ਇਹਦਾ मतलब मैं क्या शायद तुसी भी ਉਹਦੇ ਵਾਂਗੂ ਮੌਨ ਵਰਤ ਰੱਖ ਕੇ ਬਹਿ ਗਏ ਹੋ ਜਿਹੜਾ ਬੋਲੇ ਨਹੀਂ नहीं मैं मौन वर्त ਤਾਂ नहीं रखिया पर मैं अपने दर्शकों ਨੂੰ ਸਤਿ ਸ਼੍ਰੀ ਅਕਾਲ और स्वागत भी कर ਦਿੱਤਾ ਹੁਣ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਬੁਲਾ ਦਿੰਨੀ ਆ ਚਲੋ ਸਤਿ ਸ਼੍ਰੀ ਅਕਾਲ ਪਰ ਕੀ ਕਰਾਂ ਮੈਂ ਪਰੇਸ਼ਾਨ ਆ ਕਿਹੜੀ ਗੱਲੋਂ ਪਰੇਸ਼ਾਨ ਹੈ ਮੇਰੀ ਮੈਨੂੰ ਬਹੁਤ ਪਰੇਸ਼ਾਨੀ ਆ ਮੈਂ ਕੀ ਕਰਾਂ ਤੁਹਾਨੂੰ ਪਤਾ ਉੱਥੇ ਅੱਗ ਲੱਗ ਗਈ ਕਿੱਥੇ ਰਾਸਤੇ 'ਚ ਆਂਦੀ ਸੀ ਉੱਥੇ ਅੱਗ ਲੱਗ ਗਈ ਰਸਤੇ 'ਚ ਆਉਂਦੇ ਸੀ ਤੁਸੀਂ ਜਦੋਂ ਹੁਣ ਤੁਸੀਂ ਘਰੋਂ ਆਏ ਹੋ ਪ੍ਰੋਗਰਾਮ ਵਾਸਤੇ ਕਿਹੜੇ ਰਸਤੇ 'ਚ ਅੱਗ ਲੱਗ ਗਈ ਇੱਥੇ ਰਾਸਤੇ 'ਚ ਜਿੰਨੇ ਵੀ ਰਾਸਤੇ 'ਚ ਆਏ ਆ ਉਹ ਸਾਰੇ ਤੇ ਅੱਗ ਲੱਗੀ ਹੋਈ ਸੀ ਕਮਲ ਤੁਸੀਂ ਬਾਜ਼ਾਰ ਤਾਜ਼ੀਆਂ ਨਾ ਭਾਈ ਜੋ ਮੈਨੂੰ ਤਾਂ ਡਰ ਲੱਗਣ ਲੱਗ ਗਿਆ ਮੈਂ ਕਿਹਾ ਵਾਪਸ ਘਰ ਵੀ ਜਾਣਾ ਹਾਂ ਉੱਥੇ ਸਾਰੇ ਰਾਸਤੇ 'ਚ ਅੱਗ ਲੱਗੀ ਹੋਈ ਸੀ ਮੈਂ ਕੀ ਕਰਾਂ ਫਿਰ ਅੱਗ ਲੱਗੀ ਹੋਈ ਸੀ ਅੱਗ ਲੱਗੀ ਹੋਈ ਸੀ ਹਾਂ ਹੁਣ ਤਾਂ ਦਰਸ਼ਕ ਵੀ ਪਰੇਸ਼ਾਨ ਹੋ ਗਏ ਮੇਰੇ ਨਾਲ ਤਾਂ ਹੋਰ ਕੀ ਪਰੇਸ਼ਾਨ ਹੋਣਾ ਹੁਣ ਪੁੱਛ ਵੀ ਲਓ ਕਿੱਥੇ ਅੱਗ ਲੱਗੀ ਸੀ ਮੈਂ ਤਾਂ ਪੁੱਛੀ ਜਾਨੀ ਆ ਵੀ ਰਸਤੇ 'ਚ ਕਿੱਥੇ ਪੈਟਰੋਲ ਪੰਪਾਂ ਤੇ ਅੱਗ ਲੱਗੀ ਹੋਈ ਸੀ ਹਾਏ ਹਾਏ ਪੈਟਰੋਲ ਪੰਪਾਂ ਤੇ ਅੱਗ ਲੱਗ ਗਈ ਹਾਂ ਰੇਟ ਇੰਨੇ ਵੱਧ ਗਏ ਆ ਪੈਟਰੋਲ ਦੇ ਅੱਗ ਲੱਗੀ ਪਈ ਆ ਤੁਸੀਂ ਤਾਂ ਮੈਨੂੰ ਡਰਾ ਹੀ ਦਿੱਤਾ ਸੀ ਔਰ ਉੱਥੇ ਜਿੰਨੇ ਵੀ ਰਾਸਤੇ ਵਿੱਚ ਜਿੰਨੀਆਂ ਵੀ ਚੀਜ਼ਾਂ ਆਉਂਦੀਆਂ ਸਭ ਮਹਿੰਗਾਈ ਕਰਕੇ ਅੱਗ ਲੱਗੀ ਪਈ ਹੈ ਕੀ ਕਰਾਂ ਮੈਂ ਕਿਹਾ ਕਮਲ ਮਹਿੰਗਾਈ ਨੇ ਤਾਂ ਸਭ ਪਾਸੇ ਜਿਹੜੀ ਹੈ ਕਿ ਅੱਗ ਲਾਈ ਹੋਈ ਨਹੀਂ ਜੇ ਦੇਖੋ ਅੱਜ ਕੱਲ ਪੈਟਰੋਲ ਦੀਆਂ ਡੀਜ਼ਲ ਦੀਆਂ ਰਸੋਈ ਗੈਸ ਦੀਆਂ ਜਿਹੜੀਆਂ ਕੀਮਤਾਂ ਨੇ ਅਸਮਾਨ ਨੂੰ ਛੂ ਰਹੀਆਂ ਨੇ ਔਰ ਵਾਕਈ ਤੁਹਾਡੀ ਗੱਲ ਸਹੀ ਹੈ ਕਿ ਵੀ ਇਹਨਾਂ ਦੀਆਂ ਕੀਮਤਾਂ ਵੱਧ ਜਾਣ ਦੇ ਕਾਰਨ ਸਾਰੇ ਪਾਸੇ ਇਹ ਅੱਗ ਲੱਗੀ ਹੋਈ ਸਾਨੂੰ ਦਿਖਾਈ ਦੇ ਰਹੀ ਆ ਸਹੀ ਗੱਲ ਹੈ ਸਾਡੇ ਸਿਆਣੇ ਇਸੇ ਕਰਕੇ ਕਹਿੰਦੇ ਹੁੰਦੇ ਸੀ ਅੱਗ ਲੱਗੀ ਪਈ ਆ ਮਤਲਬ ਜਦੋਂ ਆਪਾਂ ਨੂੰ ਬਹੁਤ ਹੜਬੜੀ ਮਚ ਜਾਣੀ ਹੁਣ ਸਰਕਾਰਾਂ ਨੂੰ ਅੱਗ ਲੱਗੀ ਹੋਈ ਆ ਕਿ ਜਿਹੜਾ ਇੰਨਾ ਮਹਿੰਗਾਈ ਕਰੀ ਜਾਂਦੇ ਪਏ ਮੈਨੂੰ ਤਾਂ ਇੰਨਾ ਗੁੱਸਾ ਆਉਂਦਾ ਆ ਵੀ ਟੈਕਸ ਅਸੀਂ ਤਾਰਦੇ ਆ ਕੀ ਕਰਦੀ ਹੈ ਸਾਡੀ ਸਰਕਾਰ ਕਿਸਾਨ ਸਾਡੇ ਰੋਲਦੇ ਪਏ ਨੇ ਕੁਝ ਚੀਜ਼ਾਂ ਦਾ ਸਾਨੂੰ ਕੋਈ ਹੈ ਹੀ ਨਹੀਂ ਪਤਾ ਹੀ ਨਹੀਂ ਕਿੱਥੋਂ ਕੀ ਆ ਰਹੀ ਕਿੱਥੋਂ ਨਹੀਂ ਆ ਰਹੀ ਆ ਪਰ ਇੱਕ ਚੀਜ਼ ਮੈਨੂੰ ਬੜੀ ਵਧੀਆ ਲੱਗੀ ਉਹ ਕਿਹੜੀ ਅੱਜ ਹੈ ਨਾ ਬੱਸਾਂ ਦੀ ਚੈਕਿੰਗ ਹੁੰਦੀ ਸੀ ਅੱਛਾ ਤੁਸੀਂ ਕਿਹੜੀ ਚਾਹੇ ਫ੍ਰੀ ਵਾਲੀ ਚ ਨਹੀਂ ਮੈਂ ਆਈ ਤਾਂ ਪ੍ਰਾਈਵੇਟ ਸੀ ਪਰ ਮੈਨੂੰ ਖੱਜਲ ਹੋ ਕੇ ਫੇਰ ਫ੍ਰੀ ਵਾਲੀ ਚ ਆਣਾ ਪਿਆ ਅੱਛਾ ਮੈਂ ਕਿਹਾ ਜਲਦੀ ਜਲਦੀ ਪਹੁੰਚਾ ਟਾਈਮ ਹੋ ਚੱਲਿਆ ਹੈ ਆਧਾਰ ਕਾਰਡ ਤਾਂ ਨਾਲ ਹੀ ਰੱਖੀਦਾ ਹਾਂ ਆਪਾਂ ਤਾਂ ਜਦੋਂ ਦੇਖੀਦਾ ਵੀ ਭਾਈ ਹੁਣ ਰੋਡਵੇਜ਼ ਚੜ ਗਏ ਨਾਲ ਹੀ ਆਧਾਰ ਕਾਰਡ ਕੱਢ ਲਈਦਾ ਹਾਂ ਬਿਲਕੁਲ ਸਹੀ ਗੱਲ ਆ ਪਰ ਇੱਕ ਗੱਲ ਆ ਐਵੇਂ ਖਿਜਣ ਵੀ ਲੱਪੰਦੇ ਆ ਇਹ ਜਿਹੜੇ ਕਰਮਚਾਰੀ ਹੈਗੇ ਆ ਇਹ ਕੰਡਕਟਰ ਡਰਾਈਵਰ ਕਹੋਗੇ ਜਨਾਨੀਆਂ ਨੂੰ ਦੇ ਕੇ ਤੇਜ਼ ਭਜਾ ਲੈਂਦੇ ਆ ਜਾਂ ਕਹਿ ਦਿੰਦੇ ਉੱਥੇ ਨਹੀਂ ਚੜਨਾ ਇੱਥੇ ਨਹੀਂ ਚੜਨਾ ਇਦਾਂ ਦੀਆਂ ਵੀ ਚੀਜ਼ਾਂ ਸਾਡੇ ਸਾਹਮਣੇ ਆ ਰਹੀਆਂ ਨੇ ਔਰ ਤੁਹਾਨੂੰ ਪਤਾ ਦੂਜੀ ਗੱਲ ਮੈਨੂੰ ਸਭ ਤੋਂ ਜ਼ਿਆਦਾ ਲੱਗਦੀ ਆ ਜੇਕਰ ਆਦਮੀ ਪੁੱਛੇ ਕਿ ਜਾਣਾ ਫਗਵਾੜੇ ਆ ਉਹਨੂੰ ਚੜਾ ਲੈਣਗੇ ਤਾਂ ਜੇਕਰ ਕਿਤੇ ਔਰਤ ਪੁੱਛੇ ਕਹਿੰਦਾ ਅਸੀਂ ਨਹੀਂ ਚੜਾਉਣਾ ਮੇਰੇ ਸਾਹਮਣੇ ਦੀ ਗੱਲ ਹੈ ਹੱਥ ਮਾਰ ਕੇ ਡਰਾਈਵਰ ਨੂੰ ਬੋਲੂਗੇ ਇਸ਼ਾਰਾ ਕਰੂਗੇ ਚੱਲ ਜਾ ਜਿੱਥੇ 5-6 ਲੇਡੀਜ਼ ਖੜੀਆਂ ਹੋਣ ਕਿਉਂ ਇਹ ਚੀਜ਼ ਕਮਲ ਬਹੁਤ ਸਾਰੀਆਂ ਦੇਖਣ ਨੂੰ ਆਉਂਦੀਆਂ ਜਿੱਥੇ ਸਾਡੇ ਅਸੀਂ ਕਹਿੰਦੇ ਵੀ ਟਰਾਂਸਪੋਰਟ ਮੰਤਰੀ ਸਾਡੇ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਫੀ ਉਹਨਾਂ ਵੱਲੋਂ ਸਖਤ ਜਿਹੜੇ ਦਿਸ਼ਾ ਨਿਰਦੇਸ਼ ਹੁਣ ਪਿਛਲੇ ਕੁਝ ਦਿਨਾਂ ਤੋਂ ਜਾਰੀ ਕੀਤੇ ਜਾ ਰਹੇ ਆ ਸੋ ਕਾਫੀ ਸੁਧਾਰ ਆਉਣ ਦੀ ਵੀ ਉਮੀਦ ਹੈ ਇਹਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਕਿ ਅਸੀਂ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਦੇਖਦੇ ਆ ਉਹਨੂੰ ਵੀ ਝੁਠਲਾਇਆ ਨਹੀਂ ਜਾ ਰਿਹਾ ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਵੜਿੰਗ ਸਾਹਿਬ ਨੂੰ ਇਹ ਵੀ ਚਾਹੀਦਾ ਹੈਗਾ ਕਿ ਔਰਤਾਂ ਦੇ ਨਾਲ ਕਿਤੇ ਬਦਤਮੀਜ਼ੀ ਤਾਂ ਨਹੀਂ ਹੋ ਰਹੀ ਇਸ ਜਿਹੜੀ ਅਸੀਂ ਸਕੀਮ ਦਿੱਤੀ ਹੋਈ ਹੈ ਚਾਹੇ ਕਿ ਉਹ ਮਤਲਬ ਸਾਡੇ ਕੈਪਟਨ ਸਾਹਿਬ ਨੇ ਸਾਨੂੰ ਇਹ ਸਕੀਮ ਦਿੱਤੀ ਸੀ ਕਿ ਔਰਤਾਂ ਫ੍ਰੀ ਦੇ ਵਿੱਚ ਸਫ਼ਰ ਕਰ ਸਕਦੀਆਂ ਨੇ ਹਨਾ ਆਪਣੇ ਆਧਾਰ ਕਾਰਡ ਦਿਖਾ ਕੇ ਪੰਜਾਬ ਰੋਡਵੇਜ਼ ਦੇ ਵਿੱਚ ਪਰ ਸਭ ਤੋਂ ਵੱਡੀ ਇਹ ਆ ਕਿ ਇੱਕ ਔਰਤ ਨੂੰ ਮੈਨੂੰ ਵੀ ਲੱਗੀ ਇਨਸਲਟ ਮੈਨੂੰ ਵੀ ਉਸ ਚੀਜ਼ ਦਾ ਲੱਗਾ ਮਤਲਬ ਮੈਂ ਖੜੀ ਸੀਗੀ ਤੇ ਉਹਨੇ ਦੇਖਿਆ ਕਿ ਜਲੰਧਰ ਆਉਣ ਦੇ ਲਈ 4-5 ਮੇਰੇ ਨਾਲ ਲੇਡੀਜ਼ ਖੜ ਗਈਆਂ ਸੀਗੀਆਂ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਇੱਥੇ ਕਿ ਪਿੱਛੇ ਰੁਕ ਜਾਣੀ ਇੱਥੇ ਕਿ ਤੁਸੀਂ ਬੱਸ 'ਚ ਚੜ੍ਹ ਜਾਈਓ ਹਨਾ ਤੇ ਉਹਨੇ ਬੱਸ ਪਿੱਛੋਂ ਹੀ ਦੇਖ ਲਿਆ ਕਿ ਖੜੀਆਂ ਹੋਈਆਂ ਨੇ ਔਰ ਏਡੀ ਤੇਜ਼ ਕਰਕੇ ਭਜਾ ਕੇ ਲੈ ਗਿਆ ਤੇ ਮੈਂ ਚੜ ਗਈ ਫਿਰ ਪ੍ਰਾਈਵੇਟ ਦੇ ਵਿੱਚ ਹਨਾ ਕਿ ਚੱਲ ਇਹਨੇ ਤਾਂ ਨਹੀਂ ਰੋਕੀ ਮਤਲਬ ਉੱਥੇ ਇਨਸਲਟ ਫੀਲ ਹੋਈ ਹਨਾ ਕਿ ਜੇਕਰ ਸਾਡੇ ਲਈ ਇਹ ਸਕੀਮਾਂ ਦਿੱਤੀਆਂ ਹੋਈਆਂ ਨੇ ਸਾਡੇ ਤੱਕ ਪਹੁੰਚਦੀਆਂ ਵੀ ਨੇ ਪਰ ਪਹੁੰਚਦੀਆਂ ਜ਼ਲੀਲ ਕਰਕੇ ਪਹੁੰਚਾਈਆਂ ਜਾਂਦੀਆਂ ਨੇ ਸਾਨੂੰ ਕਿਉਂ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਰਹਿ ਜਾਂਦਾ ਹਾਂ ਕਿਉਂ ਲੈ ਲਓ ਅੱਧੀ ਟਿਕਟ ਅਸੀਂ ਤੁਹਾਡੇ ਕੋਲ ਮੰਗਣ ਗਏ ਸੀ ਸਾਨੂੰ ਫ੍ਰੀ ਬੱਸਾਂ ਦੀ ਸਰਵਿਸ ਦਿਓ ਅਸੀਂ ਤਾਂ ਨਹੀਂ ਮੰਗੀਆਂ ਸੀ ਜੇ ਤੁਹਾਨੂੰ ਲੱਗਦਾ ਹੀ ਸੀ ਜ਼ਿਆਦਾ ਤੁਹਾਨੂੰ ਸਾਡੇ ਤੇ ਤਰਸ ਆਉਂਦਾ ਸੀ ਜ਼ਿਆਦਾ ਫਿਰ ਲੈ ਲੈਂਦੇ ਬੰਦਿਆਂ ਤੋਂ ਵੀ ਲੈ ਲੈਂਦੇ ਵੀ ਜੇ ਹੁਣ ਤਰਸ ਆਉਂਦਾ ਵੀ ਆ ਤੇ ਸਾਨੂੰ ਜਲੀਲ ਕਿਉਂ ਕੀਤਾ ਜਾਂਦਾ ਕਹਿੰਦੇ ਆਧਾਰ ਕਾਰਡ ਵਾਲੀਆਂ ਬੀਬੀਆਂ ਏਦਾਂ ਕਹਿ ਕੇ ਚੜਾਉਂਦੇ ਨੇ ਔਰ ਇੰਨੀਆਂ ਚੀਜ਼ਾਂ ਸੁਣਦੇ ਆ ਅਸੀਂ ਤਾਂ ਰੋਜ਼ ਟਰੈਵਲਿੰਗ ਕਰਦੇ ਸਾਨੂੰ ਤਾਂ ਸਭ ਪਤਾ ਚੱਲਦਾ ਹੈਗਾ ਆ
ਮਤਲਬ ਇੱਥੋਂ ਤੱਕ ਵੀ ਅਸੀਂ ਸੁਣ ਲਈਦਾ ਹੁੰਦਾ ਹੈਗਾ ਆ ਕਿ ਫ੍ਰੀ ਵਾਲੀਆਂ ਆ ਗਈਆਂ ਸਵਾਰੀਆਂ, ਫ੍ਰੀ ਵਾਲੀਆਂ ਆ ਗਈਆਂ ਸਵਾਰੀਆਂ। ਕਿਉਂ? ਇਹ ਕਹਿ ਕੇ ਸਾਨੂੰ ਟੌਂਚ ਕੀਤਾ ਜਾਂਦਾ ਹੈਗਾ, ਸਾਨੂੰ ਟਿਕਚਰ ਮਾਰੀ ਜਾਂਦੀ। ਕਿਉਂ? ਹਨਾ? ਪਰ ਕਿਤੇ ਨਾ ਕਿਤੇ ਕਮਲ ਬਹੁਤ ਸਾਰੇ ਜਿਹੜੇ ਕਰਮਚਾਰੀ ਨੇ ਉਹ ਖੁਸ਼ ਵੀ ਹੁੰਦੇ ਨੇ, ਕਹਿੰਦੇ ਨੇ ਵੀ 5 ਉਂਗਲਾਂ ਜਿਹੜੀਆਂ ਉਹ ਬਰਾਬਰ ਨਹੀਂ ਹੁੰਦੀਆਂ। ਸੋ ਕਿਤੇ ਨਾ ਕਿਤੇ ਇਹ ਚੀਜ਼ ਹੈ, ਕਹਿੰਦੇ ਵੀ ਕਿੱਥੇ ਤਾਂ ਜਿਹੜੀਆਂ ਸਵਾਰੀਆਂ ਉਹ ਪ੍ਰਾਈਵੇਟ ਵਿੱਚ ਵੱਧ ਜਾਂਦੀਆਂ ਸੀਗੀਆਂ, ਪ੍ਰਾਈਵੇਟ ਬੱਸਿਸ ਦੇ ਵਿੱਚ, ਪਰ ਜਦੋਂ ਤੋਂ ਇਹ ਸਕੀਮ ਜਿਹੜੀ ਹੈ ਸ਼ੁਰੂ ਕੀਤੀ ਗਈ ਹੈ ਤਾਂ ਜਿਹੜੀਆਂ ਔਰਤਾਂ ਨੇ ਉਹ ਜ਼ਿਆਦਾ ਸਫ਼ਰ ਜਿਹੜਾ ਹੁਣ ਸਰਕਾਰੀ ਬੱਸਾਂ 'ਚ ਕਰਨ ਨੂੰ ਪਹਿਲ ਦਿੰਦੀਆਂ ਨੇ। ਤੇ ਜੇ ਹੁਣ ਹਸਬੈਂਡ ਵਾਈਫ ਕਿਤੇ ਜਾ ਰਹੇ ਆ, ਜੇ ਔਰਤ ਦੀ ਟਿਕਟ ਜਿਹੜੀ ਆ ਫ੍ਰੀ ਆ ਤੇ ਨਾਲ ਜਿਹੜੇ ਉਹਦਾ ਹਸਬੈਂਡ ਜਾ ਰਿਹਾ ਉਹਦੀ ਤਾਂ ਲੱਗਣੀ ਆ। ਔਰ ਇਹ ਚੀਜ਼ ਮੈਂ ਦੇਖੀ, ਮੈਂ ਪੁੱਛਿਆ, ਮੈਂ ਕਿਹਾ ਕੰਡਕਟਰ ਨੂੰ ਇੱਕ ਦਿਨ, ਮੈਂ ਕਿਹਾ ਭਾਜੀ ਵੀ ਤੁਹਾਨੂੰ ਕਿੰਨਾ ਕੁ ਵੀ ਲਾਸ ਹੋ ਰਿਹਾ? ਕਹਿੰਦਾ ਨਹੀਂ ਭੈਣ ਜੀ, ਵੈਸੇ ਤਾਂ ਬੈਨੀਫਿਟ ਹੀ ਹੋ ਰਿਹਾ। ਕਹਿੰਦਾ ਹੁਣ ਬੱਚੇ ਨਾਲ ਹੋਣਗੇ, ਉਹਦਾ ਹਸਬੈਂਡ ਹੋਊਗਾ, ਇੱਕ ਨੂੰ ਛੱਡ ਕੇ ਤਿੰਨਾਂ ਚੌਂ ਦੀ ਤਾਂ ਟਿਕਟ ਲੱਗਦੀ ਹੈ। ਬਿਲਕੁਲ ਲੱਗਦੀ ਆ। ਇਹ ਚੀਜ਼ਾਂ ਜਿਹੜੀਆਂ ਕਿ ਸਭ ਪਾਸੇ ਸਾਨੂੰ ਕੁਛ ਨਾ ਕੁਛ ਦੇਖਣ ਨੂੰ ਮਿਲਦਾ। ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਵੀ ਸਵਾਰੀਆਂ ਖੜੀਆਂ ਹੁੰਦੀਆਂ ਨੇ ਲੇਕਿਨ ਕੰਡਕਟਰ ਇਸ਼ਾਰਾ ਕਰ ਦਿੰਦਾ ਵੀ ਤੁਸੀਂ ਬੱਸ ਨੂੰ ਭਜਾ ਲਓ, ਹਨਾ? ਬਸ ਇਸ਼ਾਰੇ ਦਾ ਇੰਤਜ਼ਾਰ ਹੈ। ਬਿਲਕੁਲ, ਕਿਉਂਕਿ ਜੋ ਕੰਡਕਟਰ ਕਹੇਗਾ ਡਰਾਈਵਰ ਨੇ ਤਾਂ ਉਹਦੇ ਅਕੋਰਡਿੰਗਲੀ ਹੀ ਬੱਸ ਚਲਾਉਣੀ ਆ। ਔਰ ਅੱਜ ਦੀ ਹੀ ਗੱਲ ਹੈ, ਮੈਂ ਜਦੋਂ ਆਈ ਆ ਤੇ ਮੈਂ ਵੇਟ ਕਰਾਂ ਕਿ ਸਵਾਰੀਆਂ ਕਾਫੀ ਬੱਸ ਸਟੈਂਡ ਤੇ ਖੜੀਆਂ ਕਿ ਬੱਸ ਕੋਈ ਆਈ ਨਹੀਂ। ਤੇ ਜਦੋਂ ਆਈ ਰੋਡਵੇਜ਼ ਦੀ ਬੱਸ ਆਈ, ਇੰਨੀਆਂ ਸਵਾਰੀਆਂ ਖੜੀਆਂ ਕਮਲ, ਤੁਸੀਂ ਸੱਚ ਮੰਨੋਗੇ। ਤੇ ਜਦੋਂ ਬੱਸ ਆਈ ਤੇ ਪਿੱਛੇ ਰੋਕ ਲਈ ਉਹਨੇ ਥੋੜਾ, ਸਵਾਰੀਆਂ ਸਾਰੀਆਂ ਭੱਜੀਆਂ ਗਈਆਂ। ਬੱਸ ਸਟੈਂਡ ਦੇ ਅੰਦਰ ਦੀ ਗੱਲ ਹੈ ਤੇ ਵੀ ਬੱਸ ਆਈ ਆ, ਚਲੋ ਅਸੀਂ ਬੱਸ 'ਚ ਚੜਦੇ ਆ। ਮੇਰੇ ਤੋਂ ਅੱਗੇ 3-4 ਸਵਾਰੀਆਂ ਹੋਰ ਚੜੀਆਂ ਔਰ ਚੱਲਦੀ ਬੱਸ 'ਚ ਮੈਂ ਚੜੀ ਆ। ਇੱਕ ਲੇਡੀ ਚੜੀ ਆ ਮੇਰੇ ਤੋਂ ਅੱਗੇ, ਉਹ ਚੜ ਗਈ ਆ, ਉਹਦੇ ਬੱਚੇ ਨੀਚੇ ਰਹਿ ਗਏ ਆ। ਔਰ ਕੰਡਕਟਰ ਕਹਿੰਦਾ ਸਾਡਾ ਟਾਈਮ ਹੋਇਆ ਆ, ਚੱਲ 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 ਚੱਲ। ਉਹ ਕਹਿੰਦੀ ਵੀ ਭਾਜੀ ਜਾਂ ਤਾਂ ਮੇਰੇ ਬੱਚਿਆਂ ਨੂੰ ਚੜਾ ਲਓ ਜਾਂ ਮੈਨੂੰ ਉਤਾਰ ਦਿਓ। ਤੇ ਫਿਰ ਬੱਸ ਸਟੈਂਡ ਤੋਂ ਬਾਹਰ ਆ ਕੇ ਤੇ ਬੱਸ ਰੋਕੀ ਤੇ ਉਹਦੇ ਬੱਚੇ ਭੱਜੇ ਆਏ ਤਾਂ ਉਹਨਾਂ ਨੂੰ ਚੜਾਇਆ। ਕਿਉਂਕਿ ਇਹੋ ਜਿਹੇ ਜਲਦੀ ਦੇ ਚੱਲਦੇ ਹੋਏ ਬਹੁਤ ਸਾਰੇ ਹਾਦਸੇ ਵੀ ਵਾਪਰ ਸਕਦੇ ਆ। ਬਿਲਕੁਲ ਵਾਪਰ ਸਕਦੇ ਨੇ। ਜੇ ਅਸੀਂ ਦੇਖਦੇ ਹਾਂ ਵੀ ਸਹੂਲਤ ਇਹ ਅਸੀਂ ਤਾਂ ਮੰਗੀ ਨਹੀਂ ਸੀਗੀ, ਹਨਾ? ਕਿਉਂਕਿ ਸਾਡੇ ਲਈ ਸਾਡੀ ਜ਼ਿੰਦਗੀ ਤੋਂ ਵੱਧ ਕੇ ਕੁਝ ਵੀ ਨਹੀਂ ਹੈਗਾ ਅੱਜ ਦੇ ਦੌਰ ਦੇ ਵਿੱਚ। ਸੋ ਬਹੁਤ ਸਾਰੇ ਹਾਦਸੇ ਅਜਿਹੀਆਂ ਅਣਗਹਿਲੀਆਂ ਦੇ ਕਾਰਨ ਆ ਜਾਂਦੇ ਨੇ। ਜਿੱਥੇ ਸਾਡੇ ਟਰਾਂਸਪੋਰਟ ਮੰਤਰੀ ਕਹਿੰਦੇ ਆ ਵੀ ਪ੍ਰਾਈਵੇਟ ਬੱਸਿਸ ਜਿਹੜੀਆਂ ਉਹ ਜ਼ਿਆਦਾ ਸਮਾਂ ਲੈਂਦੀਆਂ, ਸਾਡਿਆਂ ਨੂੰ ਸਮਾਂ ਨਹੀਂ ਦਿੰਦੇ। ਪਰ ਇਹਨਾਂ ਨੂੰ ਪੁੱਛੇ ਵੀ ਤੁਹਾਡੇ ਵਾਲੇ ਸਮਾਂ ਦੇਖਦੇ ਕਿੱਥੋਂ ਆ? ਉਹ ਤਾਂ ਕਹਿੰਦੇ ਸਾਡਾ ਸਮਾਂ ਹੋ ਗਿਆ ਜੀ, ਚਲੋ ਤੁਸੀਂ ਭਜਾਓ। ਕਿਉਂਕਿ ਉਹਨਾਂ ਨੂੰ ਪਤਾ ਸਾਡੀ ਸੈਲਰੀ ਪੱਕੀ ਸਾਨੂੰ ਮਿਲ ਜਾਣੀ ਆ। ਚਾਹੇ ਬੱਸ ਦੇ ਵਿੱਚ ਸਵਾਰੀ ਆਉਂਦੀ ਹੈ ਨਹੀਂ ਆਉਂਦੀ, ਉਸ ਚੀਜ਼ ਦੇ ਨਾਲ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਆ। ਕਿਉਂਕਿ ਜਦੋਂ ਉਹ ਦੇਖਦੇ ਕਿ ਸਾਡਾ ਤਾਂ ਇਹਨਾਂ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਹੈਗਾ ਤੇ ਉਹ ਸਿਰਫ ਆਪਣੇ ਕੰਮ ਤੇ ਫੋਕਸ ਕਰਦੇ ਆ ਵੀ ਅਸੀਂ ਟਾਈਮ ਦੇ ਅਕੋਰਡਿੰਗਲੀ ਆਣਾ, ਟਿਕਟ ਕਟਾਉਣੀ ਬੱਸ ਸਟੈਂਡ ਤੋਂ ਤੇ ਬਾਹਰ ਜਾਣਾ। ਆਹ ਚੀਜ਼ਾਂ ਨੇ ਉਹ ਚੀਜ਼ ਨੂੰ ਦੇਖਣ ਦੀ ਜਿਹੜੀ ਆ ਕਿ ਲੋੜ ਹੈਗੀ ਆ। ਜਦੋਂ ਤੁਸੀਂ ਆਪਾਂ ਗੱਲ ਕਰ ਰਹੇ ਆ ਮਹਿੰਗਾਈ ਦੀ, ਇੰਨਾ ਤੁਸੀਂ ਡੀਜ਼ਲ ਪੈਟਰੋਲ ਦੇ ਜਿਹੜੀਆਂ ਕੀਮਤਾਂ ਆ ਵਧਾ ਦਿੱਤੀਆਂ ਨੇ। ਅਗਰ ਤੁਹਾਡੀ ਬੱਸ ਦੇ ਵਿੱਚ ਸਵਾਰੀ ਨਹੀਂ ਹੋਏਗੀ ਤਾਂ ਤੁਸੀਂ ਕੀ ਖਾਲੀ ਬੱਸ ਭਜਾਉਣੀ ਹੈ? ਮੈਨੂੰ ਨਾ ਇਹ ਲੱਗਦਾ ਹੈਗਾ ਕਿ ਸਾਨੂੰ ਜਦੋਂ ਸਰਕਾਰ ਨਾ ਫ੍ਰੀ ਕੋਈ ਸਹੂਲਤ ਦਿੰਦੀ ਆ, ਦੂਜੇ ਪਾਸਿਓਂ ਕਢਵਾ ਲੈਂਦੀ ਸਾਡੇ ਕੋਲ। ਬਿਲਕੁਲ, ਹਨਾ? ਕੀਮਤਾਂ ਵਧਾਤੀਆਂ। ਅਸੀਂ ਤਾਂ ਨਹੀਂ ਕਿਹਾ ਸੀ ਕਿ ਸਾਨੂੰ ਫ੍ਰੀ ਕੋਈ ਸਰਵਿਸ ਦਿਓ, ਹਨਾ? ਅਸੀਂ ਤਾਂ ਇਹ ਚਾਹੁੰਦੇ ਸੀ ਕਿ ਜਦੋਂ ਤੁਸੀਂ ਦੇ ਰਹੇ ਹੋ ਸਾਨੂੰ ਸਰਵਿਸ, ਠੀਕ ਹੈ। ਪੰਜਾਬ ਰੋਡਵੇਜ਼ 'ਚ ਮੈਂ ਉਦੋਂ ਵੀ ਜਾਂਦੀ ਰਹੀ ਹਾਂ ਜਦੋਂ ਟਿਕਟ ਲੱਗਦੀ ਰਹੀ ਆ, ਈਵਨ ਉਦੋਂ ਵੀ ਜਾਂਦੀ ਰਹੀ ਹਾਂ ਪ੍ਰਾਈਵੇਟ ਦੇ ਨਾਲੋਂ ਵੱਧ ਪੈਸਾ। ਕਿ ਠੀਕ ਆ ਕਿ ਕਿਤੇ ਥਾਂ ਤੇ ਨਹੀਂ ਰੁਕਦੀ, ਪ੍ਰਾਈਵੇਟ ਵਾਲਿਆਂ ਨੂੰ ਹੁੰਦਾ ਹੈਗਾ ਕਿ ਸਵਾਰੀ ਆਪਾਂ ਥਾਂ ਤੋਂ ਚੱਕਣੀ ਆ। ਕਿਉਂਕਿ ਉਹਨਾਂ ਦਾ ਹੁੰਦਾ ਹੈਗਾ ਕਿ ਅਸੀਂ ਜੋ ਵੀ ਕਮਾਉਣਾ ਹੈਗਾ ਆ ਇਸੇ ਸਿਰੋਂ ਕਮਾਉਣਾ, ਸਵਾਰੀਆਂ ਦੇ ਸਿਰੋਂ ਕਮਾਉਣਾ ਹੈਗਾ, ਹਨਾ? ਅਸੀਂ ਆਪਣੀ ਬੱਸ ਭਰ ਕੇ ਹੀ ਲੈ ਕੇ ਜਾਣੀ ਆ। ਤੁਸੀਂ ਸਹੀ ਕਿਹਾ ਕਿ ਚਾਹੇ ਸਵਾਰੀ ਚੜੇ ਚਾਹੇ ਨਾ ਚੜੇ, ਸਰਕਾਰੀ ਕਰਮਚਾਰੀ ਨੂੰ ਤਾਂ ਪਤਾ ਮੈਨੂੰ ਸਰਕਾਰ ਨੇ ਤਨਖਾਹ ਦੇ ਹੀ ਦੇਣੀ ਹੈ, ਮੇਰੇ ਕੋਲ ਕੋਈ ਹਿਸਾਬ ਕਿਤਾਬ ਨਹੀਂ ਲਿਆ ਜਾਣਾ। ਹੁਣ ਬੜਿੰਗ ਸਾਹਿਬ ਨੂੰ ਇਹ ਚੀਜ਼ਾਂ ਦਾ ਖਿਆਲ ਵੀ ਰੱਖਣਾ ਚਾਹੀਦਾ ਹੈਗਾ ਕਿ ਜੇਕਰ ਅਸੀਂ ਕੋਈ ਫ੍ਰੀ ਫੈਸਿਲਿਟੀ ਦੇ ਰਹੇ ਹਾਂ, ਅਸੀਂ ਕਿਉਂ ਨਹੀਂ ਇਹ ਚੀਜ਼ ਕਰਦੇ ਪਏ ਕਿ ਅਸੀਂ ਫੀਡਬੈਕ ਵੀ ਲਈਏ। ਜਦੋਂ ਵੀ ਸਾਨੂੰ ਕੋਈ ਸਰਵਿਸ ਦਿੱਤੀ ਆ ਫ੍ਰੀ ਆਫ ਕਾਸਟ, ਕਦੀ ਵੀ ਸਾਡੀ ਜਿਹੜੀ ਫੀਡਬੈਕ ਨਹੀਂ ਲਈ ਜਾਂਦੀ। ਕਿਉਂ ਨਹੀਂ ਲਈ ਜਾਂਦੀ? ਹੁਣ ਇਹ ਚੀਜ਼ਾਂ ਆਈ ਜਾਂਦੀਆਂ ਨੇ ਕਿ ਤਾਂ ਹੀ ਖਰੇ ਪੈਟਰੋਲ ਮਹਿੰਗਾ ਹੋ ਗਿਆ ਹੋਵੇਗਾ, ਤਾਂ ਹੀ ਟੈਕਸ ਰੇਟ ਵੱਧ ਗਏ ਨੇ, ਤਾਂ ਹੀ ਹਰ ਇੱਕ ਚੀਜ਼ ਕਹਿੰਦੇ ਨੇ ਪੈਟਰੋਲ ਜਦੋਂ ਮਹਿੰਗਾ ਹੋ ਜਾਵੇ ਹਰ ਇੱਕ ਚੀਜ਼ ਮਹਿੰਗੀ ਹੋ ਜਾਣੀ ਆ, ਸਬਜ਼ੀਆਂ ਮਹਿੰਗੀਆਂ ਹੋ ਜਾਣੀਆਂ, ਖਾਣ ਵਾਲੀਆਂ ਦਾਲਾਂ ਮਹਿੰਗੀਆਂ ਹੋ ਜਾਣੀਆਂ, ਤੇਲ ਸਾਰੇ ਮਹਿੰਗੇ ਹੋ ਜਾਣੇ ਆ। ਫਿਰ ਉਸ ਤੋਂ ਬਾਅਦ ਸਾਡੇ ਲਈ ਕੱਪੜਾ ਮਹਿੰਗਾ ਹੋ ਜਾਣਾ ਹੈ, ਸਭ ਚੀਜ਼ਾਂ ਮਹਿੰਗੀਆਂ ਹੋ ਜਾਣੀਆਂ ਨੇ, ਹਨਾ? ਕਿਉਂਕਿ ਜਿਹੜੀ ਟਰਾਂਸਪੋਰਟੇਸ਼ਨ ਹੈਗੀ ਆ ਉਹਦੇ ਲਈ ਪੈਟਰੋਲ ਤਾਂ ਲੱਗੇਗਾ ਹੀ। ਤੇ ਔਰ ਜਦੋਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਆਣਾ, ਜੇ ਪੈਟਰੋਲ ਹੀ ਮਹਿੰਗਾ ਤੇ ਸਭ ਚੀਜ਼ਾਂ ਹੀ ਮਹਿੰਗੀਆਂ ਹੋ ਜਾਣੀਆਂ ਨਾ। ਤੇ ਮੈਂ ਜਦੋਂ ਆਈ ਹਾਂ, ਹੁਣ ਮੈਂ ਤੁਹਾਨੂੰ ਆਪਣੀ ਗੱਲ ਦੱਸਦੀ ਹਾਂ, ਪ੍ਰਾਈਵੇਟ ਬੱਸ 'ਚ ਮੈਂ ਚੜ੍ਹ ਗਈ। ਪ੍ਰਾਈਵੇਟ ਬੱਸ 'ਚ ਚੜ੍ਹੀ ਤਾਂ ਮੈਂ ਅੱਗੇ ਚੈਕਿੰਗ ਹੁੰਦੀ ਪਈ ਸੀਗੀ ਤੇ ਰਾਜਾ ਸਾਹਿਬ ਨੇ ਬੋਲਿਆ ਹੋਇਆ ਹੈ ਕਿ ਸਾਰਿਆਂ ਦੀ ਚੈਕਿੰਗ ਕਰੋ, ਦੇਖੋ ਪ੍ਰਾਈਵੇਟ ਵਾਲਿਆਂ ਦੇ ਕਿੰਨੇ ਕੁ ਜਿਹੜੇ ਹੈਗੇ ਆ ਉਹ ਟੈਕਸ ਤਾਰੇ ਹੋਏ ਆ, ਕਿੰਨੇ ਕੁ ਉਹਨਾਂ ਨੇ ਜਿਹੜੇ ਹੈਗੇ ਆ ਆਪਣੇ ਜਿਹੜੇ ਲਾਇਸੈਂਸ ਲਿੱਤੇ ਹੋਏ ਨੇ ਜਾਂ ਉਹਨਾਂ ਦੇ ਜਿਹੜੇ ਰਜਿਸਟਰ ਕਰਵਾਈਆਂ ਹੋਈਆਂ ਨੇ ਵਹੀਕਲਸ ਨੰਬਰ, ਉਹ ਚੈੱਕ ਕਰੋ।
ਤੇ ਅਸੀਂ ਦੇਖਿਆ 4-5 ਗੱਡੀਆਂ ਅੱਗੇ ਬੱਸਾਂ ਖੜੀਆਂ ਹੋਈਆਂ ਤੇ ਸਵਾਰੀਆਂ ਥੱਲੇ ਸੜਕਾਂ ਤੇ ਉਤਰੀਆਂ ਹੋਈਆਂ। ਹੁਣ ਅਸੀਂ ਤਾਂ ਫਗਵਾੜੇ ਤੋਂ ਕਿਰਾਇਆ ਲਾ ਕੇ ਆਏ ਆ ਪ੍ਰਾਈਵੇਟ ਬੱਸ ਦੇ ਵਿੱਚ। ਜਦੋਂ ਉੱਥੇ ਰੋਕ ਲਿਆ ਗਿਆ ਪੁਲਿਸ ਵਾਲਿਆਂ ਨੇ ਤੇ ਉਹ ਆਪਣੀ ਕਾਪੀ ਜੀ ਲੈ ਕੇ ਗਿਆ, ਸਾਰੇ ਡਾਕੂਮੈਂਟ ਉਹਨੇ ਚੈੱਕ ਕਰਵਾ ਦਿੱਤੇ। ਜਦੋਂ ਚੈੱਕ ਕਰਵਾਏ ਤਾਂ ਉਹ ਤੋਂ ਬਾਅਦ ਮਤਲਬ ਕਹਿੰਦੇ ਕੁਝ ਨਹੀਂ ਸਾਨੂੰ ਦੱਸਿਆ, ਨਾ ਡਰਾਈਵਰ ਨੇ ਨਾ ਕੰਡਕਟਰ ਨੇ। ਗਲਤੀ ਉਹਨਾਂ ਦੀ ਵੀ ਆ ਵੀ ਤੁਸੀਂ ਦੱਸ ਦਿਓ ਕਿ ਸਾਡੀ ਬੱਸ ਬੌਂਡ ਹੋ ਗਈ, ਵੀ ਭਾਈ ਆਪਣਾ ਆਪਣਾ ਤੁਸੀਂ ਰਾਸਤਾ ਦੇਖੋ। ਹੁਣ ਜਿਨ੍ਹਾਂ ਨੇ ਟਾਈਮ ਤੇ ਪਹੁੰਚਣਾ, ਕੋਈ ਬੱਚਾ ਬੈਠਾ ਹੋਵੇ, ਅੱਜ ਕੱਲ ਤੁਹਾਨੂੰ ਪਤਾ ਐਤਵਾਰ ਨੂੰ ਸਾਰੇ ਪੇਪਰ ਹੁੰਦੇ ਕੰਪੀਟੀਟਿਵ ਐਗਜ਼ਾਮ, ਕੋਈ ਬੱਚਾ ਬੱਸ 'ਚ ਬੈਠਾ ਹੋਵੇ, ਅਗਲੇ ਨੇ ਟਾਈਮ ਤੇ ਉੱਥੇ ਪਹੁੰਚਣਾ ਹੋਵੇ, ਕਿਵੇਂ ਪਹੁੰਚੇਗਾ? ਕਈ ਵਾਰ ਹੁੰਦਾ ਹੈ। ਨਾਲੇ ਸਾਡੇ ਜਿਹੜੇ ਪੇਪਰ ਜਿੰਨੇ ਵੀ ਹੋ ਰਹੇ ਨੇ, ਚਾਹੇ ਉਹ ਪਟਵਾਰੀ ਦਾ ਹੋਵੇ, ਚਾਹੇ ਪੁਲਿਸ ਦਾ ਹੋਵੇ, ਚਾਹੇ ਟੀਚਿੰਗ ਦਾ ਹੋਵੇ, ਕਿਸੇ ਵੀ, ਇਹਨਾਂ ਨੇ ਅਲੱਗ-ਅਲੱਗ ਸਟੇਟਾਂ ਦੇ ਜਾਂ ਅਲੱਗ-ਅਲੱਗ ਸ਼ਹਿਰਾਂ ਦੇ ਦੂਜੇ ਸ਼ਹਿਰਾਂ 'ਚ ਮਾਰੇ ਹੋਏ ਚੱਕ ਕੇ ਜੀ, ਹਨਾ। ਮੋਗੇ ਵਾਲਿਆਂ ਨੂੰ ਚੰਡੀਗੜ੍ਹ ਭੇਜ ਦਿੱਤਾ, ਚੰਡੀਗੜ੍ਹ ਵਾਲਿਆਂ ਨੂੰ ਜਲੰਧਰ ਭੇਜ ਦਿੱਤਾ, ਜਲੰਧਰ ਵਾਲਿਆਂ ਨੂੰ ਅੰਮ੍ਰਿਤਸਰ ਭੇਜ ਦਿੱਤਾ। ਹੁਣ ਕਈ ਵਾਰ ਹੁੰਦਾ ਹੈ ਕਿ ਘਰੋਂ ਕੋਈ ਵਿਹਲਾ ਵੀ ਨਹੀਂ ਇੰਨਾ ਹੁੰਦਾ, ਮਾਂ-ਬਾਪ ਤੋਂ ਅਨਪੜ੍ਹ, ਕਈ ਵਾਰ ਬੱਚੇ ਇਕੱਲੇ ਚਲੇ ਜਾਂਦੇ ਆ ਰਾਸਤੇ 'ਚ। ਜੇ ਇੱਦਾਂ ਦੀਆਂ ਹਰਕਤਾਂ ਹੋ ਰਹੀਆਂ, ਕੌਣ ਜ਼ਿੰਮੇਵਾਰ? ਹਾਈਵੇ ਤੇ ਰੋਕ ਲਈ ਬੱਸ, ਸਾਰੇ ਲੋਕਾਂ ਨੂੰ ਪਤਾ ਨਹੀਂ ਚੱਲਿਆ। ਮੈਨੂੰ ਪਤਾ ਲੱਗ ਗਿਆ ਕਿ ਉਹ ਸਾਰੇ ਥੱਲੇ ਉਤਰ ਗਏ। ਇਹ ਉਹ ਜਾ ਕੇ ਮੈਂ ਪੁਲਿਸ ਵਾਲਿਆਂ ਤੋਂ ਪੁੱਛਿਆ, ਮੈਂ ਕਿਹਾ ਅੰਕਲ ਇਹ ਬੱਸ ਜਾਣੀ ਆ ਜਾਂ ਨਹੀਂ ਜਾਣੀ? ਕਹਿੰਦੇ ਪੁੱਤਰ, ਬੜੀ ਅੱਛੇ ਤਰੀਕੇ ਨਾਲ ਮੇਰੇ ਨਾਲ ਗੱਲ ਕੀਤੀ, ਕਹਿੰਦੇ ਪੁੱਤਰ ਇਹ ਬੱਸ ਹੁਣ ਬੌਂਡ ਹੋ ਗਈ, ਇਹਨਾਂ ਤੋਂ ਕੋਈ ਡਾਕੂਮੈਂਟ ਨਹੀਂ ਆ। ਮੈਂ ਕਿਹਾ ਮੈਂ ਤਾਂ ਪਹੁੰਚਣਾ ਟਾਈਮ ਤੇ, ਅਸੀਂ ਕੀ ਕਰੀਏ? ਫਿਰ ਕਹਿੰਦੇ ਤੁਸੀਂ ਏਦਾਂ ਕਰੋ, ਰਾਸਤੇ 'ਚ ਕੋਈ ਵੀ ਤੁਹਾਨੂੰ PRTC ਮਿਲਦੀ ਪਈ, ਉਹਨੂੰ ਹੱਥ ਦੇ ਦਿਓ ਤੇ ਚੜ੍ਹ ਜਾਓ। ਆਟੋ ਵਾਲੇ ਬਥੇਰੇ ਲੰਘਣ, ਆਟੋ ਵਾਲੇ ਤਾਂ ਉੱਦਾਂ ਡਰ ਗਏ ਕਿ ਬੱਸ ਚੈਕਿੰਗ ਹੁੰਦੀ ਪਈ, ਸਾਡਾ ਆਟੋ ਕਿਤੇ ਕਿਉਂਕਿ ਚੈੱਕ ਹੋ ਗਿਆ। ਅਗਲੀ ਜਦੋਂ ਵੱਡੇ ਨੂੰ ਹੱਥ ਪੈਂਦਾ ਨਾ ਤੇ ਫਿਰ ਛੋਟੇ ਤਾਂ ਵਿਚਾਰੇ ਡਰਦੇ ਹੀ ਨਾਲ ਘੜੀਸੇ ਜਾਂਦੇ ਹੈਗੇ ਆ। ਤੇ ਦੈਨ ਕੀ ਹੋਇਆ, ਉਸ ਤੋਂ ਬਾਅਦ ਆਟੋ ਵਾਲਾ ਕੋਈ ਰੁਕੇ ਨਾ, ਹਨਾ। ਤੇ ਫਿਰ ਨਾ ਸਾਡੇ ਕੋਈ ਲੋਕੀ ਉੱਥੇ ਜਿਹੜੇ ਬੈਠੇ ਹੋਏ ਕਹਿੰਦੇ ਸਾਡਾ ਕਿਰਾਇਆ ਵਾਪਸ ਕਰ, ਕਿ ਅਸੀਂ ਇੱਥੋਂ ਜਾਵਾਂਗੇ 20-30 ਰੁਪਏ ਜਾ ਕੇ ਰਾਮਾ ਮੰਡੀ ਪਹੁੰਚਾਂਗੇ, ਰਾਮਾ ਮੰਡੀ ਤੋਂ ਜਾ ਕੇ ਅਸੀਂ ਅੱਗੇ ਆਵਾਂਗੇ। ਕਿਉਂਕਿ ਇਹ ਜਿਹੜੀ ਸਾਰੀ ਚੈਕਿੰਗ ਹੋ ਰਹੀ ਸੀ, ਇਹ ਜਿਹੜਾ ਹਵੇਲੀ ਹੈਗਾ ਆਪਣੇ ਉਹ ਤੋਂ ਥੋੜੇ ਅੱਗੇ ਆਣ ਕੇ ਹੋ ਰਹੀ ਸੀ। ਤੇ ਉੱਥੇ ਤੁਹਾਨੂੰ ਪਤਾ ਅਸੀਂ ਮਿਡ 'ਚ ਖੜ ਗਏ, ਅਸੀਂ ਨਾ ਤਾਂ ਅਸੀਂ ਫਗਵਾੜੇ ਜਾਣ ਜੋਗੇ, ਜੇ ਜਾਵਾਂਗੇ ਪੈਸਾ ਖਰਚ ਕੇ ਜਾਵਾਂਗੇ। ਪੰਜਾਬ ਰੋਡਵੇਜ਼ ਨੰਗੀ ਜਾਣ ਕੋਈ ਚੜਾਵੇ ਨਾ, ਉਹ ਤਾਂ ਏਦਾਂ ਸ਼ੂ ਕਰਕੇ ਲੰਘਣ ਜਿੱਦਾਂ ਪਤਾ ਨਹੀਂ ਅਸੀਂ ਕੀ ਹੁੰਦੇ ਹੈਗੇ ਆ। ਫਿਰ ਮੈਂ ਇੱਕ ਪੁਲਿਸ ਵਾਲਿਆਂ, ਜਦੋਂ ਮੈਂ ਖੱਜਲ ਇੰਨਾ ਹੋਈ, ਆਟੋ ਵਾਲਿਆਂ ਨੂੰ ਹੱਥ ਦੇ ਕੇ ਕੁਝ ਨਹੀਂ ਹੋਇਆ, ਫਿਰ ਮੈਂ ਉਹਨਾਂ ਨੂੰ ਇਹੀ ਕਿਹਾ ਪੁਲਿਸ ਵਾਲਿਆਂ ਨੂੰ, ਮੈਂ ਕਿਹਾ ਸਤਿ ਸ਼੍ਰੀ ਅਕਾਲ ਅੰਕਲ ਜੀ। ਕਹਿੰਦੇ ਸਤਿ ਸ਼੍ਰੀ ਅਕਾਲ। ਮੈਂ ਕਿਹਾ ਜਿੱਦਾਂ ਜਨਤਾ ਇੱਥੇ ਰੁਲ ਰਹੀ ਆ ਨਾ, ਤੇ ਤੁਸੀਂ ਕਿਰਪਾ ਕਰਕੇ ਚੈਕਿੰਗ ਜਿਹੜੀ ਕਰਨੀ ਆ ਉਹ ਜ਼ਿਆਦਾ ਅੱਗੇ ਕਰ ਲਓ ਜਾਂ ਪਿੱਛੇ ਕਰ ਲਓ, ਸੈਂਟਰ 'ਚ ਚੈਕਿੰਗ ਨਾ ਕਰੋ। ਕਿਉਂਕਿ ਇਹਨਾਂ ਬੱਸਾਂ ਵਾਲਿਆਂ ਨੇ ਕੋਈ ਕਿਰਾਇਆ ਨਹੀਂ ਦੇਣਾ, ਕੋਈ ਘਰੋਂ 100 ਰੁਪਇਆ ਲੈ ਕੇ ਤੁਰਿਆ ਹੋਏਗਾ, ਕੋਈ 200, ਪੂਰਾ ਕਈ ਵਾਰ ਅਸੀਂ ਕਿਰਾਇਆ ਲੈ ਕੇ ਤੁਰਦੇ ਹਾਂ। ਹੁਣ ਜੇਕਰ ਪ੍ਰਮਾਤਮਾ ਨੇ ਆਪਣੇ ਵਰਗਿਆਂ ਨੂੰ ਕੋਈ ਦਿੱਤੀ ਹੋਈ ਚੀਜ਼, ਤੇ ਅਸੀਂ ਇਹ ਥੋੜੀ ਨਾ ਹੈਗਾ ਕਿ ਅਸੀਂ ਚਲੋ ਕਿਰਾਏ ਦੀ ਵੀ ਆਪਾਂ ਗੱਲ ਨਹੀਂ ਕਰਦੇ। ਦੂਜਾ ਹੈ ਜਿਹੜਾ ਟਾਈਮ ਸਾਡਾ ਖਰਾਬ ਹੋ ਰਿਹਾ। ਕਿਸੇ ਨੂੰ ਕੋਈ ਐਮਰਜੈਂਸੀ, ਜਿਹੜੀ ਸਭ ਤੋਂ ਜ਼ਿਆਦਾ ਮੇਨ ਗੱਲ ਹੈ ਉਹ ਇਹੀ ਕਿ ਵੀ ਐਮਰਜੈਂਸੀ, ਜਿੱਦਾਂ ਤੁਸੀਂ ਦੱਸਿਆ ਕਿ ਬੱਚਿਆਂ ਦੇ ਐਗਜ਼ਾਮ ਆ, ਜਾਂ ਮੰਨ ਲਓ ਕਿਸੇ ਨੇ ਕੋਈ ਜ਼ਰੂਰੀ ਹਸਪੀਟਲ ਜਾਣਾ ਜਾਂ ਕਿਸੇ ਹੋਰ ਕੰਮ ਦੇ ਰਿਗਾਰਡਿੰਗ ਜਾਣਾ, ਕੋਈ ਸਾਹਮਣੇ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਹੋਵੇ। ਜਿੱਦਾਂ ਵੀ ਹੁਣ ਮੈਂ ਸੀ, ਮੈਂ ਤੁਹਾਨੂੰ ਕਾਲ ਕੀਤੀ ਕਿ ਕਮਲ ਤੁਸੀਂ ਹਜੇ ਤੱਕ ਕਿਉਂ ਨਹੀਂ ਪਹੁੰਚੇ? ਕਿਉਂਕਿ ਹੁੰਦਾ ਹੈ ਕਿ ਜੇ ਆਪਣਾ ਟਾਈਮ ਲਾਈਵ ਦਾ ਪ੍ਰੋਗਰਾਮ ਦਾ ਹੋਵੇ ਤੇ ਕਿੰਨੀ ਮੁਸ਼ਕਲ ਆ ਉਸ ਚੀਜ਼ ਦੇ ਵਿੱਚ। ਇਹ ਚੀਜ਼ਾਂ ਜਿਹੜੀਆਂ, ਕਿਉਂਕਿ ਹਰ ਇਨਸਾਨ ਘਰੋਂ ਚੱਲਿਆ ਤੇ ਕਿਸੇ ਕੰਮ ਦੇ ਮਕਸਦ ਨਾਲ ਚੱਲਿਆ। ਬਿਲਕੁਲ। ਸੋ ਇਹ ਚੀਜ਼ਾਂ ਦਾ ਜਿਹੜਾ ਧਿਆਨ ਹੈ ਉਹ ਸਰਕਾਰ ਨੂੰ ਰੱਖਣਾ ਚਾਹੀਦਾ। ਫਿਰ ਮੈਂ ਉਹਨਾਂ ਨੂੰ ਬੋਲਿਆ, ਮੈਂ ਕਿ ਸੜਕਾਂ ਤੇ ਰੁਲ ਰਹੀ ਹੈ ਜਨਤਾ, ਇਹ ਸਹੀ ਨਹੀਂ ਆ, ਹਨਾ। ਤੇ ਉਹਨਾਂ ਨੇ ਕੋਈ ਰਿਪਲਾਈ ਨਹੀਂ ਕੀਤਾ। ਠੀਕ ਹੈ, ਉਹ ਵੀ ਆਪਣੀ ਡਿਊਟੀ ਦੇ ਲਈ ਅੜੇ ਹੋਏ ਨੇ, ਡਿਊਟੀ ਕਰ ਰਹੇ ਨੇ, ਹਨਾ। ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਕਿ ਫਿਰ ਜਿਹੜੇ ਮੈਂ ਪੁਲਿਸ ਵਾਲੇ ਅੰਕਲ ਨੂੰ ਪਹਿਲਾਂ ਕਿਹਾ ਕਿ ਕਿੱਦਾਂ ਜਾਈਏ ਹੁਣ ਤੁਸੀਂ ਦੱਸੋ। ਮੈਂ ਕਿਹਾ ਦੇਖੋ ਅੰਕਲ, ਪ੍ਰਾਈਵੇਟ ਵੀ ਕੋਈ ਰੋਕ ਨਹੀਂ ਰਿਹਾ, ਤੇ ਪਲੀਜ਼ ਤੁਸੀਂ ਕਿਰਪਾ ਕਰਕੇ ਪ੍ਰਾਈਵੇਟ, ਜੇਕਰ ਕੋਈ ਵਿਦਾਊਟ ਐਨੀ ਆ ਰਹੀ ਹੈਗੀ ਆ, ਮਤਲਬ ਉਹਦੀ ਪਿੱਛੇ ਚੈਕਿੰਗ ਹੋ ਗਈ ਆ, ਜਾਂ ਤਾਂ ਉਹ ਰੁਕਵਾ ਦਿਓ ਜਾਂ ਪੰਜਾਬ ਰੋਡਵੇਜ਼ ਰੁਕਵਾ ਦਿਓ। ਪੰਜਾਬ ਰੋਡਵੇਜ਼ ਵੀ ਇੱਦਾਂ ਨੰਗੀ ਜਾਂਦੀ ਆ। ਫਿਰ ਉਹਨਾਂ ਨੇ ਨਾ ਇੱਕ ਪੰਜਾਬ ਰੋਡਵੇਜ਼ ਨੂੰ ਹੱਥ ਦਿੱਤਾ ਔਰ ਰੁਕੀ ਬੱਸ, ਪਰ ਕਿੰਨੀ ਦੂਰ ਜਾ ਕੇ। ਔਰ ਤੁਹਾਨੂੰ ਪਤਾ, ਜਦੋਂ ਤੁਸੀਂ ਕਿਹਾ ਕਿ ਦੌੜੀਆਂ ਗਈਆਂ ਸਵਾਰੀਆਂ, ਇੰਨੇ ਦੌੜੇ ਗਏ। ਇੱਕ ਬਜ਼ੁਰਗ ਜਿਹੜੇ ਏਦਾਂ ਅੱਗੇ ਡਿੱਗਣ ਨੂੰ, ਮਤਲਬ ਹਾਂ, ਮੈਂ ਬਣੀ ਫਿਰ PT ਊਸ਼ਾ। ਫਿਰ ਮੈਂ ਚੜਾਇਆ ਵੀ 4-5 ਬੰਦਿਆਂ ਨੂੰ, ਫਿਰ ਮੈਂ ਆਪ ਵੀ ਚੜੀ, ਭਾਵੇਂ ਟਾਈਟ ਹੋ ਕੇ ਪਹੁੰਚਿਆ, ਪਰ ਪਹੁੰਚ ਗਏ, ਆਪਣੀ ਮੰਜ਼ਿਲ ਤੱਕ ਪਹੁੰਚ ਗਏ। ਹਾਂ, ਮਤਲਬ ਇਹ ਦੇਖਿਆ ਜਾਂਦਾ ਹੈ, ਮਤਲਬ ਬੰਦਾ ਕਿੰਨਾ ਪਰੇਸ਼ਾਨ ਹੋ ਕੇ ਉੱਥੋਂ ਏਦਾਂ ਆ ਰਿਹਾ, ਉਧਰੋਂ ਦੀ ਘਰ ਦੇ ਪੁੱਛ ਰਿਹਾ ਫੋਨ ਕਰਕੇ ਕਿੱਥੇ ਆ, ਨਾ ਆਪਾਂ ਦੱਸ ਸਕਦੇ ਆ ਕਿਉਂਕਿ ਉਹ ਵੀ ਟੈਨਸ਼ਨ 'ਚ ਹੋਣਗੇ, ਹਨਾ। ਹਾਂ, ਕਈ ਵਾਰ ਆਪਾਂ ਨੂੰ ਨਹੀਂ ਦੱਸਣਾ ਪੈਂਦਾ, ਆਪੇ ਖੁਦ ਮੈਨੇਜ ਕਰਨਾ ਪੈਂਦਾ। ਉਹ ਸਭ ਚੀਜ਼ਾਂ ਲਈ ਮਤਲਬ ਕਿਤੇ ਨਾ ਕਿਤੇ ਪਰੇਸ਼ਾਨੀ ਜਦੋਂ ਤੁਹਾਨੂੰ ਹੁੰਦੀ ਆ, ਫਿਰ ਆਪਾਂ ਨੂੰ ਇੱਕ ਬਹੁਤ ਖਦਸ਼ਾ ਹੁੰਦਾ ਆ, ਬਹੁਤ ਗੁੱਸਾ ਵੀ ਆਉਂਦਾ ਆ, ਬਹੁਤ ਪਰੇਸ਼ਾਨੀ ਵੀ ਹੁੰਦੀ ਹੈ ਕਿ 5 ਸਾਲ ਲਈ ਜਿਨ੍ਹਾਂ ਨੂੰ ਅਸੀਂ ਆਪਣੀ ਵੋਟ ਦਿੱਤੀ ਆ, ਉਹਨਾਂ ਨੇ ਸਾਨੂੰ ਰੋਲ ਦਿੱਤਾ ਜੀ। ਕਿਉਂਕਿ ਅਜਿਹੀਆਂ ਯਾਦਾਂ ਨੇ ਜਿਹੜੀਆਂ ਕਿ ਬਹੁਤ ਕੁਝ ਸਾਨੂੰ ਫੈਸਲੇ ਲੈਣ ਲਈ
ਅੱਗੇ ਮਜਬੂਰ ਕਰ ਦਿੰਦੀਆਂ ਨੇ, ਕਿਉਂਕਿ ਜੇ ਦੇਖਿਆ ਜਾਵੇ ਹੁਣ ਅਗਲੇ ਸਾਲ ਇਲੈਕਸ਼ਨ ਆਉਣ ਵਾਲੀਆਂ ਨੇ ਤੇ ਜਿੱਥੋਂ ਸਾਰੀਆਂ ਪਾਰਟੀਆਂ ਵੱਲੋਂ ਇਹੋ ਜਿਹੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿ ਅਸੀਂ ਲੋਕਾਂ ਨੂੰ ਭਰਮਾਈਏ, ਉਹਨਾਂ ਨੂੰ ਆਪਣੇ ਹੱਕ ਵਿੱਚ ਕਰੀਏ, ਲੇਕਿਨ ਇਸ ਤਰ੍ਹਾਂ ਦੀਆਂ ਹਰਕਤਾਂ ਨੇ ਜਿਹੜੀਆਂ ਕਿ ਉਹ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਰਹੀਆਂ ਨੇ ਕਿ ਤੁਸੀਂ ਇਸ ਵਾਰ ਕਿਸ ਪਾਰਟੀ ਨੂੰ ਚੁਣਨਾ ਹੈ। ਕਿਉਂਕਿ ਇਹ ਚੀਜ਼ਾਂ ਨੇ, ਜਿਹੜਾ ਵੀ ਮਹਿੰਗਾਈ ਇੰਨੀ ਵੱਧ ਰਹੀ ਹੈਗੀ ਆ, ਸਾਰੇ ਲੋਕਾਂ ਨੂੰ ਹਰ ਇੱਕ ਤਰ੍ਹਾਂ ਦੀਆਂ ਮੁਸ਼ਕਲਾਂ ਨੂੰ ਫੇਸ ਕਰਨਾ ਪੈ ਰਿਹਾ ਹੈਗਾ। ਸੋ ਬਹੁਤ ਸਾਰੀਆਂ ਚੀਜ਼ਾਂ ਨੇ, ਜਿੱਦਾਂ ਤੁਸੀਂ ਗੱਲ ਕੀਤੀ ਸੀ ਵੀ ਮਹਿੰਗਾਈ, ਹੁਣ ਤੇਲ ਦੀਆਂ ਕੀਮਤਾਂ ਵੱਧ ਗਈਆਂ, ਘਰ ਵਿੱਚ ਜਿਹੜਾ ਆਪਾਂ ਰਸੋਈ 'ਚ ਤੇਲ ਵਰਤਦੇ ਆ, ਦੇਖਿਆ ਜਾਵੇ ਹੁਣ ਤਿਉਹਾਰਾਂ ਦਾ ਸੀਜ਼ਨ ਆ, ਹਰ ਘਰ ਦੇ ਵਿੱਚ ਆਲੂ, ਪਿਆਜ਼, ਤੇਲ, ਤੜਕਾ ਲਗਾਉਣੇ ਤਾਂ ਇਹਨਾਂ ਚੀਜ਼ਾਂ ਦੀ ਮੇਨ ਵਰਤੋਂ ਹੁੰਦੀ ਆ। ਰਸੋਈ ਦੇ ਵਿੱਚ ਗੈਸ ਸਿਲੰਡਰ ਤੋਂ ਬਿਨਾਂ ਅਸੀਂ ਕੁਝ ਕਰ ਨਹੀਂ ਸਕਦੇ ਹੈਗੇ। ਸੋ ਇਹਨਾਂ ਦੀਆਂ ਕੀਮਤਾਂ ਹੀ ਇੰਨੀਆਂ ਵੱਧ ਗਈਆਂ, ਉੱਪਰ ਦੀ ਤਿਉਹਾਰਾਂ ਦੇ ਦੌਰਾਨ ਹੋ ਜਾਂਦਾ ਕਿ ਆਹ ਬਣਾ ਲਓ, ਆਹ ਬਣਾ ਲਓ, ਲੇਕਿਨ ਜਿਹੜਾ ਇੱਕ ਗਰੀਬ ਪਰਿਵਾਰ ਦਾ ਇਨਸਾਨ ਆ ਜਾਂ ਮੱਧ ਵਰਗੀ ਪਰਿਵਾਰ ਨੇ, ਉਹਨਾਂ ਲਈ ਇਹ ਬਹੁਤ ਜ਼ਿਆਦਾ ਮੁਸ਼ਕਿਲ ਹੈ ਇਹਨਾਂ ਦਿਨਾਂ ਦੇ ਵਿੱਚ। ਬਿਲਕੁਲ ਮੁਸ਼ਕਿਲ ਹੈ, ਔਰ ਇਹ ਜ਼ਰੂਰ ਅਸੀਂ ਗੱਲਾਂ ਕਰਾਂਗੇ ਇਹਦੇ ਉੱਤੇ, ਹੋਰ ਵੀ ਟਾਰਚ ਲੈ ਕੇ ਰੋਸ਼ਨੀ ਪਾਵਾਂਗੇ। ਅੱਛਾ, ਵੇਲਾ ਹੋ ਚੁੱਕਿਆ ਇੱਕ ਨਿੱਕੇ ਜਿਹੇ ਬ੍ਰੇਕ ਦਾ। ਹਾਂ, ਲੈ ਲਈਏ ਫਿਰ ਬ੍ਰੇਕ। ਮੈਂ ਕਿਹਾ ਬਿਲਕੁਲ ਜੀ ਲੈਂਦੇ ਆ ਬ੍ਰੇਕ ਤੇ ਮੁੜ ਤੋਂ ਫਿਰ ਤੋਂ ਤੁਹਾਡੇ ਨਾਲ ਗੱਲਾਂ ਕਰਾਂਗੇ। Condola Travels. Book your flight tickets online. Fast and easy way to book your domestic and international flight tickets. Friendly customer support. Travel in budget and style. Condola Travels. Call 209-800-8808. Website www.condolatravels.com. ਜੀ ਬ੍ਰੇਕ ਤੋਂ ਬਾਅਦ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ। ਤੁਸੀਂ ਵੇਖ ਰਹੇ ਹੋ ਪੰਜਾਬ 1 ਟੀਵੀ ਤੇ ਚੱਲ ਰਿਹਾ ਪ੍ਰੋਗਰਾਮ ਖਰੀਆਂ ਖੋਟੀਆਂ, ਕਮਲਪ੍ਰੀਤ ਤੇ ਰੀਨਾ ਸੁਮਨ ਦੇ ਨਾਲ। ਔਰ ਰੀਨਾ ਜੀ, ਗੱਲਾਂ ਕਰ ਰਹੇ ਹਾਂ ਆਪਾਂ ਮਹਿੰਗਾਈ ਦੀਆਂ, ਹੈ ਨਾ। ਮਹਿੰਗਾਈ ਨੇ ਸੱਚੀ ਅੱਗ ਲਾਈ ਹੋਈ ਹੈ, ਅੱਗੇ ਤਿਉਹਾਰ ਆਉਣ ਵਾਲੇ ਨੇ, ਹੈ ਨਾ। ਆਪਾਂ ਨਿੱਕੇ ਜਿਹੇ ਕਮਰੇ ਤੋਂ ਲੈ ਕੇ ਵੱਡੇ ਸਾਰੇ ਕਮਰੇ ਗੇਟ ਤੱਕ ਆਪਾਂ ਜਾਈਏ ਨਾ, ਦੀਵਾਲੀ ਦੇ ਦਿਨਾਂ ਤੇ ਆਪਾਂ ਬੜਾ ਉਹਨੂੰ ਸ਼ਿੰਗਾਰਦੇ ਆ, ਸਜਾਉਂਦੇ ਆ। ਗੁਰਪੁਰਬ ਆਉਣ ਵਾਲੇ ਨੇ, ਹੈ ਨਾ। ਸੋ ਆਪਾਂ ਮਨਾਏ ਵੀ ਨੇ ਗੁਰਪੁਰਬ, ਹੈ ਨਾ। ਗੁਰੂ ਰਾਮਦਾਸ ਜੀ ਦਾ ਲੰਘ ਕੇ ਗਿਆ ਆ, ਹੁਣ ਗੁਰੂ ਨਾਨਕ ਪਾਤਸ਼ਾਹ ਦਾ ਆਉਣਾ ਆ, ਸਾਡੇ ਕੋਲ ਗੁਰੂ ਗੋਬਿੰਦ ਸਿੰਘ ਜੀ ਦਾ ਆਉਣਾ ਹੈਗਾ, ਹੈ ਨਾ। ਸੋ ਅਸੀਂ ਜਦੋਂ ਇਹ ਸਭ ਚੀਜ਼ਾਂ ਨੂੰ ਦੇਖਦੇ ਹਾਂ, ਅਸੀਂ ਸੋਚਦੇ ਹਾਂ ਕਿ ਕੁਝ ਕਰੀਏ ਆਪਾਂ, ਹੈ ਨਾ। ਭਾਵੇਂ ਆਪਣੇ ਘਰ ਤੋਂ ਸ਼ੁਰੂ ਕਰੀਏ, ਬਾਹਰੋਂ ਸ਼ੁਰੂ ਕਰੀਏ, ਪਰ ਮੈਨੂੰ ਲੱਗਦਾ ਮਹਿੰਗਾਈ ਸਾਨੂੰ ਪੈਰ ਪਿੱਛੇ ਕਰ ਰਹੀ ਹੈ, ਸਾਡੇ ਹੱਥ ਪਿੱਛੇ ਕਰ ਰਹੀ ਹੈ। ਮਤਲਬ ਕਿ ਇਹ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹ ਕੁਝ ਕਰ ਨਹੀਂ ਸਕਦੀਆਂ ਮਹਿੰਗਾਈ ਨੂੰ ਲੈ ਕੇ? ਕਰਨ ਨੂੰ ਕਮਲ ਸਭ ਕੁਝ ਕੀਤਾ ਜਾ ਸਕਦਾ। ਜੇ ਅਸੀਂ ਆਪਣੇ ਦੇਸ਼ ਦੇ ਮੁਕਾਬਲੇ ਫੋਰਨ ਕੰਟਰੀਜ਼ ਦਾ ਦੇਖੀਏ ਤਾਂ ਉੱਥੋਂ ਦਾ ਸਿਸਟਮ ਵੀ ਤਾਂ ਹੈ ਕਿ ਉਹ ਲੋਕ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਗੁਜ਼ਾਰ ਰਹੇ ਨੇ। ਸਰਕਾਰ ਵੱਲੋਂ ਕਿੰਨੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਲੋਕਾਂ ਨੂੰ। ਕੋਵਿਡ ਦੇ ਟਾਈਮ ਵਿੱਚ ਕਿੰਨਾ ਕੁਝ ਉਹਨਾਂ ਲਈ ਕੀਤਾ ਗਿਆ। ਤੇ ਜੇ ਦੇਖਿਆ ਤੇ ਸਾਡੇ ਇੱਥੇ ਉਹਦਾ ਇੰਡੀਆ ਦੇ ਸਿਸਟਮ ਦਾ, ਇੱਥੇ ਸਿਰਫ ਮਹਿੰਗਾਈ ਉੱਪਰ ਜਾ ਰਹੀ ਆ, ਨਾ ਕਿ ਥੱਲੇ ਆ ਰਹੀ ਹੈ, ਕਿਉਂਕਿ ਉੱਪਰ ਦੀ ਤਿਉਹਾਰਾਂ ਦੇ ਸੀਜ਼ਨ ਵਿੱਚ ਲੋਕਾਂ ਨੂੰ ਮੁਸ਼ਕਲ ਆ ਰਹੀ ਹੈ। ਕਰੋਨਾ ਦੇ ਕਾਰਨ ਪਹਿਲਾਂ ਹੀ ਲੋਕ ਆਰਥਿਕ ਮੰਦੀ ਦੇ ਵਿੱਚੋਂ ਨਿਕਲ ਰਹੇ ਆ, ਕਿਉਂਕਿ ਲੋਕਾਂ ਵੱਲੋਂ ਹੁਣ ਕੋਸ਼ਿਸ਼ ਕੀਤੀ ਜਾ ਰਹੀ ਸੀ ਮੁੜ ਪੈਰਾਂ ਸਿਰ ਹੋਣ ਦੀ। ਤਾਂ ਉੱਥੇ ਹੁਣ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਜਿੱਥੇ ਸਭ ਕੁਝ ਖੁੱਲ ਗਿਆ ਆ, ਪਹਿਲਾਂ ਤਾਂ ਥੋੜਾ ਲੋਕਾਂ ਦੀ ਬਚਤ ਹੋ ਰਹੀ ਸੀ ਕਿਉਂਕਿ ਸਭ ਕੁਝ ਓਪਨ ਨਹੀਂ ਸੀ, ਗੈਦਰਿੰਗ ਦਾ ਥੋੜਾ ਧਿਆਨ ਰੱਖਣਾ ਪੈਂਦਾ ਸੀ, ਸਭ ਕੁਝ ਸੀ, ਲੇਕਿਨ ਹੁਣ ਸਭ ਛੋਟ ਦੇ ਦਿੱਤੀ ਗਈ ਆ। ਉਹ ਚੀਜ਼ ਨੂੰ ਦੇਖਦੇ ਹੋਏ ਹੁਣ ਕਿਤੇ ਨਾ ਕਿਤੇ ਲੱਗਦਾ ਵੀ ਜਿਹੜੇ ਸਾਡੇ ਖਰਚੇ ਆ ਉਹ ਵੱਧ ਗਏ। ਪਰ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਨ੍ਹਾਂ ਦੀ ਜੇਬ ਉਹਨਾਂ ਨੂੰ ਖਰਚਾ ਕਰਨ ਦੀ ਇਜਾਜ਼ਤ ਹੀ ਨਹੀਂ ਦਿੰਦੀ। ਕਿਉਂ? ਕਿਉਂਕਿ ਮਹਿੰਗਾਈ ਇੰਨੀ ਜ਼ਿਆਦਾ ਵੱਧ ਗਈ ਹੈ, ਇਨਕਮ ਲੋਕਾਂ ਦੀ ਬਹੁਤ ਘੱਟ ਹੈ। ਕਿਉਂਕਿ ਬਹੁਤ ਸਾਰੇ ਕੰਮ ਤਾਂ ਕਰੋਨਾ ਦੇ ਕਾਰਨ ਹੀ ਠੱਪ ਹੋ ਗਏ ਆ, ਲੋਕਾਂ ਕੋਲ ਰੁਜ਼ਗਾਰ ਨਹੀਂ ਬਚੇ। ਔਰ ਜਿੱਥੇ ਕੋਈ ਇਨਸਾਨ 10-20 ਹਜ਼ਾਰ ਲੈਂਦਾ ਸੀ ਔਰ ਉੱਥੇ ਉਹਦੀ ਉਹ ਜੌਬ ਜਿਹੜੀ ਆ 5-7 ਹਜ਼ਾਰ ਤੇ ਆ ਗਈ ਆ। ਅੱਧ ਤੁਹਾਡਾ ਘਟ ਗਿਆ, ਲੇਕਿਨ ਤੁਹਾਡੀਆਂ ਜਿਹੜੀਆਂ ਜ਼ਰੂਰਤਾਂ ਆ ਉਹ ਪਹਿਲਾਂ ਦੇ ਮੁਕਾਬਲੇ ਵੱਧ ਗਈਆਂ। ਸੋ ਉਹ ਜਿਹੜਾ ਇੱਕ ਗੈਪ ਆ ਚੁੱਕਿਆ ਹੈ ਤੁਹਾਡੇ ਸਿਸਟਮ ਦੇ ਵਿੱਚ, ਤੁਹਾਡੇ ਬਜਟ ਦੇ ਵਿੱਚ, ਉਹਨੂੰ ਤੁਸੀਂ ਸੈੱਟ ਨਹੀਂ ਕਰ ਪਾ ਰਹੇ ਹੈਗੇ ਇਸ ਸਮੇਂ ਦੇ ਵਿੱਚ। ਬਿਲਕੁਲ ਨਹੀਂ ਕਰ ਪਾ ਰਹੇ, ਔਰ ਇੰਨਾ ਕੁ ਹਾਲਾਤ ਮਜਬੂਰ ਕਰ ਦਿੰਦੇ ਨੇ ਕਿ ਅਸੀਂ ਕੁਝ ਇਦਾਂ ਦਾ ਕਰ ਲਈਏ। ਜੇਕਰ ਅਸੀਂ ਇਹ ਨਾ ਗੈਪ ਨੂੰ ਦੂਰ ਕਰਨ ਦੇ ਲਈ, ਸਾਨੂੰ ਪਤਾ ਹੈ ਕਿ ਸਾਡੀਆਂ ਬੈਂਕਾਂ ਬਹੁਤ ਫੈਸਿਲਿਟੀ ਦਿੰਦੀਆਂ ਨੇ, ਆਪਾਂ ਲੋਨ ਲੈ ਲੈਂਦੇ ਹਾਂ ਜੀ, ਠੀਕ ਆ। ਪਰ ਤੁਹਾਨੂੰ ਪਤਾ ਹੈ ਕਿ ਲੋਨ ਵੀ ਇੰਨਾ ਮਹਿੰਗੇ ਰੇਟ ਦਾ ਹੋ ਗਿਆ ਹੈ, ਔਰ ਉਹ ਅਸੀਂ ਲੈ ਤਾਂ ਲੈਂਦੇ ਹਾਂ ਉਸ ਸਮੇਂ ਦੇ ਉੱਤੇ, ਪਰ ਉਹਨੂੰ ਜਿਹੜਾ ਰਿਟਰਨ ਕਰਨਾ ਹੈਗਾ ਉਹ ਸਾਡੇ ਲਈ ਇੰਨਾ ਮਹਿੰਗਾ ਹੋ ਰਿਹਾ ਹੈਗਾ ਕਿ ਸਾਨੂੰ ਕੁਝ ਸਮਝ ਹੀ ਨਹੀਂ ਲੱਗਦੀ ਅਸੀਂ ਕੀ ਕਰੀਏ। ਕਿਉਂਕਿ ਇਨਕਮ ਦਾ ਸੋਰਸ ਤੁਹਾਡਾ ਉਹੀ ਆ, ਪਰ ਤੁਹਾਡੀ ਇਨਕਮ ਘਟ ਗਈ ਆ। ਹੁਣ ਘਟੀ ਹੋਈ ਇਨਕਮ ਕਿਉਂ ਲੱਗਦੀ ਹੈ? ਭਾਵੇਂ ਸਾਡੇ 20,000 ਰੁਪਇਆ ਆਵੇ, ਭਾਵੇਂ 10,000, ਜੋ ਮੰਨ ਲਓ ਪਹਿਲੀ ਵਾਲੀ ਇਨਕਮ ਉਹੀ ਆ ਸਾਡੀ ਜੋ ਪਹਿਲਾਂ, ਪਰ ਮਹਿੰਗਾਈ ਤਾਂ ਵਧੀ ਹੋਈ ਹੈ ਨਾ। ਕਿੱਥੇ ਰਾਸ਼ਨ ਸਾਡਾ 4,000 ਦਾ ਆ ਜਾਂਦਾ ਸੀ, ਹੁਣ ਆਉਂਦਾ 6,000 ਦਾ, ਹੈ ਨਾ। ਹੁਣ ਬਿਜਲੀ ਦੀ ਵੀ ਗੱਲ ਕੀਤੀ ਜਾਵੇ, ਬਿਜਲੀ ਵੀ ਜਿਹੜੀ ਹੈਗੀ ਉਹ ਸਾਡੀ ਮਤਲਬ ਬਿੱਲ ਜਿਹੜੇ ਹੈਗੇ ਆ ਉਹ ਸਾਡੇ ਹੋਰ ਵੀ ਸਾਨੂੰ ਲੱਗਦੇ ਨੇ, ਟੈਕਸ ਰੇਟ ਲੱਗ ਕੇ ਆਉਂਦੇ ਨੇ, ਅਸੀਂ ਖੁਦ ਟੈਕਸ ਦਿੰਦੇ ਪਏ ਹਾਂ। ਕੁਐਸਚਨ ਇੱਥੇ ਅਰਾਈਜ਼ ਹੁੰਦਾ ਹੈ ਕਿ ਅਸੀਂ ਟੈਕਸ ਪੇ ਵੀ ਕਰਦੇ ਹਾਂ,
ਸਰਕਾਰਾਂ ਦਾ, ਜਿੱਦਾਂ ਮੈਂ ਤੁਹਾਨੂੰ ਗੱਲ ਕੀਤੀ, ਅਸੀਂ ਆਪਣੀਆਂ ਪੇਮੈਂਟਸ ਵੀ ਕਰਦੇ ਹੈਗੇ, ਟਾਈਮ ਤੇ ਪੇਮੈਂਟ ਕਰਦੇ ਆ, ਮਹਿੰਗਾਈ ਫੇ ਵੀ ਵਧੀ ਜਾਂਦੀ ਪਈ ਆ। ਜਾਂ ਤਾਂ ਸਾਡੀਆਂ ਤਨਖਾਹਾਂ ਵਧਾ ਦਿਓ, ਆਪਣੇ ਕੋਲ ਲੈ ਲਓ, ਸਭ ਕੁਝ ਤੁਸੀਂ ਪ੍ਰਾਈਵੇਟਾਈਜੇਸ਼ਨ ਕਰੀ ਜਾ ਰਹੇ ਹੋ, ਹਨਾ। ਸਰਕਾਰੀ ਤੁਹਾਡੇ ਕੋਲ ਕੋਈ ਰਿਹਾ ਨਹੀਂ, ਅਸੀਂ ਟੈਕਸ ਤੁਹਾਨੂੰ ਕਿਉਂ ਦਈਏ ਫਿਰ? ਤੇ ਤੁਸੀਂ ਕਰੇ ਹੀ ਦੇਣਾ ਸਭ ਕੁਝ ਪ੍ਰਾਈਵੇਟ, ਫਿਰ ਅਸੀਂ ਟੈਕਸ ਵੀ ਕਾਤੇ ਦਈਏ ਤੁਹਾਨੂੰ? ਫਿਰ ਅਸੀਂ ਚੋਰੀ ਕਰਦੇ ਹਾਂ ਟੈਕਸ ਦੀ ਜਾਂ ਕੁਝ ਐਦਾਂ ਦਾ ਕਰਦੇ ਹਾਂ। ਪਰ ਪ੍ਰੋਬਲਮ ਫਿਰ ਉੱਥੇ ਆ ਜਾਂਦੀ, ਅਸੀਂ ਕਹਿੰਦੇ ਆ ਕਿ ਨਹੀਂ, ਸਰਕਾਰ ਸਾਡੇ ਲਈ, ਕਿਉਂਕਿ ਉਹਦੇ ਲਈ ਬੈਸਟ ਰੈਵਨਿਊ ਜਿਹੜਾ ਹੈਗਾ, ਜ਼ਿਆਦਾ ਰੈਵਨਿਊ ਟੈਕਸ ਤੋਂ ਹੀ ਜਨਰੇਟ ਹੁੰਦਾ, ਤੇ ਆਪਾਂ ਕਹਿੰਦੇ ਸਾਡੇ ਉੱਤੇ ਖਰਚਾ ਕਰਦੀ ਆ, ਪਰ ਅਸੀਂ ਦੇ ਦਿੰਦੇ ਆ। ਖਰਚਾ ਕੀ ਹੁੰਦਾ ਸਾਡੇ ਤੇ? ਕੁਝ ਵੀ ਨਹੀਂ। ਮਹਿੰਗਾਈ ਕੰਟਰੋਲ ਕਰਨ ਦੇ ਲਈ ਬਹੁਤ ਕੁਝ ਚੀਜ਼ਾਂ ਨੇ। ਸਾਡੇ ਵੱਡੇ ਵੱਡੇ ਇਕਨੋਮਿਸਟ ਬੈਠੇ ਹੋਏ ਨੇ, ਸਾਡੇ ਵੱਡੇ ਵੱਡੇ ਸਕਾਲਰਸ ਨੇ, ਜਿਹੜੇ ਕਿ ਸੁਝਾਅ ਦੇ ਕੇ ਇਹ ਸਭ ਚੀਜ਼ਾਂ ਕਰ ਸਕਦੇ ਨੇ। ਹਰ ਵਾਰ ਬਜਟ ਡੈਫੀਸਿਟ ਘੱਟ ਆਉਂਦਾ ਹੈ। ਕਿਉਂ ਆਉਂਦਾ ਹੈ ਘੱਟ? ਹੁਣ ਘਰ ਦੇ ਵਿੱਚ ਤੁਹਾਨੂੰ ਪਤਾ ਹੈ, ਤੁਹਾਡੇ ਘਰ 'ਚ ਲੱਖ ਰੁਪਈਆ ਡਿੱਗਣਾ ਆ, ਤੇ ਤੁਸੀਂ ਜੇ ਮਹਿੰਗਾਈ ਦੇ ਨਾਲ ਅਨੁਸਾਰ ਚੱਲਦੇ ਹੋ ਤੇ ਉਹਦੇ ਵਿੱਚੋਂ ਤੁਹਾਡੀਆਂ ਸੇਵਿੰਗਸ ਘਟਦੀਆਂ ਜਾਣਗੀਆਂ। ਲੱਖ ਰੁਪਈਆ ਹਰ ਮਹੀਨੇ ਤੁਹਾਡੇ ਕੋਲ ਡਿੱਗ ਰਿਹਾ ਹੈ, ਤਾਂ ਤੁਸੀਂ ਇਹੀ ਕਹੋਗੇ ਕਿ ਸਾਡੀਆਂ ਮਹਿੰਗਾਈਆਂ ਦੇ ਵਧਣ ਦੇ ਨਾਲ ਸਾਡੀਆਂ ਸੇਵਿੰਗਸ ਘਟ ਜਾਣਗੀਆਂ। ਉਹ ਜਦੋਂ ਸੇਵਿੰਗ ਨਹੀਂ ਹੋਣਗੀਆਂ, ਸਾਡਾ ਪੈਸਾ ਬਾਹਰ ਕਿੱਦਾਂ ਜਾਏਗਾ, ਮਾਰਕੀਟ 'ਚ ਕਿੱਦਾਂ ਜਾਏਗਾ, ਔਰ ਸਰਕੂਲੇਟ ਕਿੱਦਾਂ ਹੋਏਗਾ? ਮਤਲਬ ਬਹੁਤ ਚੀਜ਼ਾਂ ਨੇ ਇੱਦਾਂ ਦੀਆਂ, ਬਹੁਤ ਕੁਝ ਅਸੀਂ ਸਹੀ ਵੀ ਕਰ ਸਕਦੇ ਹਾਂ, ਪਰ ਸਰਕਾਰਾਂ ਜਾਣ ਬੁੱਝ ਕੇ ਨਹੀਂ ਕਰਦੀਆਂ ਪਈਆਂ। ਫਿਰ ਆਪਾਂ ਸਰਕਾਰਾਂ ਤੇ ਕਿਉਂ ਆਸ ਰੱਖੀਏ, ਹਨਾ? ਫਿਰ ਕਿਉਂ ਆਸ ਰੱਖੀਏ ਅਸੀਂ? ਸੋ ਕਾਫੀ ਕੁਛ ਹੈ ਕਮਲ, ਜਿਹੜਾ ਕਿ ਦੇਖਣ ਨੂੰ ਮਿਲਦਾ। ਜੇ ਦੇਖਿਆ ਜਾਵੇ ਸਿਹਤ ਸਹੂਲਤਾਂ ਦੀ ਇਸੇ ਤਰ੍ਹਾਂ ਗੱਲ ਕੀਤੀ ਜਾਵੇ ਤਾਂ ਕਾਫੀ ਪ੍ਰਾਈਵੇਟ ਹਸਪੀਟਲ ਦੀ ਗੱਲ ਕਰ ਲਓ ਤੇ ਕਾਫੀ ਜਿਹੜਾ ਉੱਥੇ ਮਹਿੰਗੀਆਂ ਨੇ। ਔਰ ਸਰਕਾਰ ਵੱਲੋਂ ਜੇ ਅਸੀਂ ਦੇਖਦੇ ਹਾਂ ਕਿ ਸਹੂਲਤ ਦਿੱਤੀ ਜਾ ਰਹੀ ਸੀਗੀ ਸਰਬੱਤ ਸਿਹਤ ਬੀਮਾ ਯੋਜਨਾ ਦੇ ਤਹਿਤ, ਉਹਦੇ ਵਿੱਚ ਵੀ ਸਰਕਾਰ ਵੱਲੋਂ ਜਿਹੜੀਆਂ ਹਸਪੀਟਲਾਂ ਨੂੰ ਸਹੀ ਸਮੇਂ ਤੇ ਉਹ ਜਿਹੜੀ ਉਹਦੀ ਕੀਮਤ ਹੈ ਉਹ ਨਹੀਂ ਦਿੱਤੀ ਜਾਂਦੀ, ਜੋ ਇਲਾਜ ਦੌਰਾਨ ਪੇਸ਼ੈਂਟ ਦੇ ਉੱਪਰ ਖਰਚਾ ਕੀਤਾ ਗਿਆ ਹੁੰਦਾ ਹੈ। ਸੋ ਉਹ ਸੇਵਾਵਾਂ ਵੀ ਹਸਪੀਟਲਾਂ ਦੇ ਵਿੱਚ ਬੰਦ ਕੀਤੀਆਂ ਜਾ ਰਹੀਆਂ ਨੇ। ਜੇ ਅਸੀਂ ਦੇਖਦੇ ਹਾਂ ਕਿ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਆ ਕਿ ਬੱਸ ਦੇ ਵਿੱਚ ਜਿਹੜਾ ਕਿ ਔਰਤਾਂ ਦਾ ਕਿਰਾਇਆ ਫ੍ਰੀ ਕੀਤਾ, ਇਸੇ ਤਰ੍ਹਾਂ ਸਿਹਤ ਸਹੂਲਤਾਂ ਲਾ ਲਓ ਜਾਂ ਹੋਰ ਜਿਹੜੀਆਂ ਸਾਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਆ, ਉਹਦੇ ਵਿੱਚ ਵੀ ਦੇਖ ਲਓ ਕਿ ਹਰ ਚੀਜ਼ ਦੇ ਵਿੱਚ ਜਿਹੜੀਆਂ ਸਫਰ ਹੈ ਉਹ ਜਨਤਾ ਨੂੰ ਕਰਨਾ ਪੈ ਰਿਹਾ ਹੈ। ਬਿਲਕੁਲ ਕਰਨਾ ਪੈ ਰਿਹਾ, ਕਿਉਂਕਿ ਮੁਸ਼ਕਿਲ ਕੋਈ ਵੀ ਆਉਂਦੀ ਆ, ਜਨਤਾ ਭਰ ਰਹੀ ਆ। ਟੈਕਸ ਪੇ ਕਰਨਾ ਹੈ ਤਾਂ ਜਨਤਾ ਭਰ ਰਹੀ ਹੈ। ਲੇਕਿਨ ਅਗਰ ਇਹ ਮੰਤਰੀ ਸਾਡੇ ਦੇਸ਼ ਨੂੰ ਸਹੀ ਸੇਧ ਦੇ ਹੀ ਨਹੀਂ ਸਕਦੇ, ਮਹਿੰਗਾਈ ਨੂੰ ਘਟਾ ਹੀ ਨਹੀਂ ਸਕਦੇ, ਬੇਰੁਜ਼ਗਾਰੀ ਦਰ ਸਾਡੇ ਵਧੀ ਜਾ ਰਹੀ ਹੈਗੀ ਆ, ਸੋ ਇਹ ਚੀਜ਼ਾਂ ਕਰ ਨਹੀਂ ਰਹੇ ਤੇ ਕੌਣ ਕਰੂਗਾ ਫਿਰ? ਕੌਣ ਕਰੂਗਾ? ਜੇ ਜੌਬਸ ਦੀ ਵੀ ਗੱਲ ਕਰਦੇ ਹਾਂ ਆਪਾਂ, ਬੇਰੁਜ਼ਗਾਰੀ ਦਾ ਤੁਸੀਂ ਗੱਲ ਕੀਤੀ ਆ, ਜੇ ਹੁਣ ਰੁਜ਼ਗਾਰ ਚੱਲ ਵੀ ਰਹੇ ਨੇ, ਆ ਰਹੇ ਨੇ, ਹੁਣ ਸਾਡੇ ਨਵੇਂ ਜਿਹੜੇ ਹੈਗੇ ਆ ਮੰਤਰੀ ਸਾਹਿਬ ਆਏ ਨੇ, ਹਨਾ, ਸੋ ਸਾਡੇ ਉਹ ਕਹਿੰਦੇ ਨੇ ਕਿ ਆਪਾਂ ਘਰ ਘਰ ਜਿਹੜੀ ਨੌਕਰੀ ਦੇਣੀ ਹੈਗੀ ਆ, ਹਨਾ। ਤੇ ਨੌਕਰੀਆਂ ਦੇ ਵਿੱਚ ਵੀ ਦੇਖਿਆ ਜਾਵੇ 3 ਸਾਲ ਪ੍ਰੋਬੇਸ਼ਨ ਪੀਰੀਅਡ ਤੇ ਰੱਖਿਆ ਜਾਂਦਾ ਹੈ। ਕਿੰਨੀ ਤਨਖਾਹ ਹੁੰਦੀ ਆ? 10,300, 10,500 ਇੱਦਾਂ ਦਿੱਤਾ ਜਾਂਦਾ ਹੈ। 3 ਸਾਲਾਂ ਬਾਅਦ ਫਿਰ ਸਾਨੂੰ ਆਪਣੇ ਹੱਕਾਂ ਦੇ ਲਈ ਲੜਨਾ ਪੈਂਦਾ ਹੈ। ਜੇ ਅਸੀਂ ਇੰਨਾ ਕੁਝ ਪੜ੍ਹ ਲਿਖ ਕੇ ਵੀ ਤੁਹਾਡੇ ਕੋਲ ਮੰਗਤਿਆਂ ਵਾਂਗੂ ਆਉਂਦੇ ਹਾਂ, ਤਾਂ ਫਿਰ ਕੋਈ ਫਾਇਦਾ ਨਹੀਂ। ਕਿਉਂਕਿ ਕਮਲ ਹੁਣ ਤੁਸੀਂ ਦੇਖੋ ਕਿ ਵੱਖ-ਵੱਖ ਵਿਭਾਗਾਂ ਦੀ ਜੇ ਗੱਲ ਕੀਤੀ ਜਾਵੇ, ਇੱਕ ਮਹਿੰਗਾਈ ਹੈ ਕਿ ਲੋਕਾਂ ਨੂੰ ਸੜਕਾਂ ਤੇ ਰੁਲਣ ਲਈ ਮਜਬੂਰ ਕਰ ਰਹੀ ਹੈ, ਜਿਸ ਦਾ ਆਪਣੇ ਘਰ ਦਾ ਗੁਜ਼ਾਰਾ ਨਹੀਂ ਹੋ ਸਕਦਾ ਪ੍ਰਾਈਵੇਟ ਜੌਬ ਦੇ ਚੱਕਰ ਦੇ ਵਿੱਚ, ਜਾਂ ਤੁਸੀਂ ਉਹਨਾਂ ਨੂੰ ਠੇਕੇ ਤੇ ਭਰਤੀ ਕੀਤਾ ਹੋਇਆ ਆ, ਔਰ ਕੰਮ ਉਹ ਲੋਕ ਪੂਰਾ ਬਰਾਬਰ ਦਾ ਕਰਨਗੇ ਜਿੰਨਾ ਕਿ ਸਰਕਾਰੀ ਪੇਮੈਂਟ ਲੈਣ ਵਾਲਾ ਕਰਮਚਾਰੀ ਕਰਦਾ। ਸੋ ਹੁਣ ਕਿੰਨੇ ਟਾਈਮ ਤੋਂ ਵੱਖ-ਵੱਖ ਵਿਭਾਗਾਂ ਦੇ ਜਿਹੜੇ ਅਜਿਹੇ ਕਰਮਚਾਰੀ ਨੇ ਜਿਹੜੇ ਸੜਕਾਂ ਤੇ ਰੋਲ ਰਹੇ ਨੇ, ਸੰਘਰਸ਼ ਕਰ ਰਹੇ ਨੇ, ਉੱਥੇ ਸਰਕਾਰ ਉਹਨਾਂ ਨੂੰ ਇੱਕ ਲੋਲੀਪੌਪ ਦੇ ਦਿੰਦੀ ਆ, ਜੀ ਅਸੀਂ ਤੁਹਾਡੀਆਂ ਮੰਗਾਂ ਜਿਹੜੀਆਂ ਪੂਰੀਆਂ ਕਰਾਂਗੇ। ਔਰ ਇਹ ਮੰਗਾਂ ਪੂਰੀਆਂ ਕਦੋਂ ਕੀਤੀਆਂ ਜਾਂਦੀਆਂ? ਜਦੋਂ ਇਲੈਕਸ਼ਨ ਆਉਣ ਵਾਲੀ ਹੁੰਦੀ ਆ, ਉਦੋਂ। ਕੀ ਲੋਕਾਂ ਨੂੰ ਆਪਣੇ ਹੱਕ ਲਈ 4-5 ਸਾਲ ਤੁਸੀਂ ਦੇਖੋ ਕਿ ਇੰਤਜ਼ਾਰ ਕਰਨਾ ਪੈਂਦਾ ਹੈ। ਇਹ ਆ ਸਾਡੇ ਦੇਸ਼ ਦਾ ਲੋਕਤੰਤਰ। ਬਿਲਕੁਲ, ਭਾਵੇਂ ਕਿ ਹੁਣ ਖੋਟੀਆਂ ਗੱਲਾਂ ਲੱਗਦੀਆਂ ਹੋਣ ਸਾਡੀਆਂ, ਪਰ ਫਿਰ ਵੀ ਜੇਕਰ ਇਹਦੇ ਤੇ ਗੌਰ ਕੀਤਾ ਜਾਵੇ, ਖਰੀਆਂ ਵੀ ਹੋਣਗੀਆਂ, ਹਨਾ। ਸੋ ਕਿਉਂਕਿ ਮੈਨੂੰ ਸੱਚੀ ਬਹੁਤ ਦੁੱਖ ਹੁੰਦਾ ਆ ਜਦੋਂ ਸੜਕਾਂ ਤੇ ਅਸੀਂ ਜਨਤਾ ਨੂੰ ਰੁਲਦੇ ਦੇਖਦੇ ਹਾਂ, ਕਿਸਾਨਾਂ ਨੂੰ ਰੁਲਦੇ ਹੋਏ ਦੇਖਦੇ ਹਾਂ। ਅਸੀਂ ਨਾ ਪੜ੍ਹਦੇ ਹੁੰਦੇ ਸੀ ਛੋਟੇ ਹੁੰਦੇ, ਇੱਕ ਲਾਈਨ ਬੜੀ ਰਾਈਮ ਕਰਨੀ ਉਹਨੂੰ, ਕਿ ਸਾਡੇ ਦੇਸ਼ ਦਾ ਜਿਹੜਾ ਹੈਗਾ ਆ ਉਹ ਕਿਸਾਨ ਤੇ ਮਜ਼ਦੂਰ ਉਹ ਇੱਕ ਬਹੁਤ ਹੀ ਅਨਿੱਖੜਵਾਂ ਅੰਗ ਨੇ। ਜਿੱਦਾਂ ਆਪਾਂ ਕਹਿ ਦਈਏ ਨਾ ਕਿ ਬੋਡੀ ਦੇ ਵਿੱਚੋਂ ਕੋਈ ਅੰਗ ਆਪਾਂ ਦੂਰ ਕਰ ਦਈਏ, ਕੋਈ ਵੀ ਅੰਗ ਨਹੀਂ, ਜਿਹੜਾ ਮੇਨ ਅੰਗ ਹਾਰਟ ਕਰ ਦਈਏ, ਬ੍ਰੇਨ ਕਰ ਦਈਏ, ਤਾਂ ਬੰਦਾ ਜਿਹੜਾ ਹੈਗਾ ਜ਼ਿੰਦਗੀ ਉਹਦੀ ਡੈਡ ਹੁੰਦੀ ਆ, ਕੋਮਾ 'ਚ ਹੁੰਦਾ। ਇੱਦਾਂ ਹੀ ਸਾਡਾ ਜਿਹੜਾ ਹੈਗਾ ਆ, ਸਾਡਾ ਸਮਾਜ ਹੈਗਾ ਆ, ਸਾਡਾ ਜਿੰਨਾ ਵੀ ਮਤਲਬ ਅਸੀਂ ਇੱਕ ਲੋਕਤੰਤਰ ਦੀ ਗੱਲ ਕਰਦੇ ਹਾਂ, ਜਾਂ ਅਸੀਂ ਗੱਲ ਕਰਦੇ ਹਾਂ ਆਪਣੇ ਦੇਸ਼ ਦੀ ਗੱਲ ਕਰਦੇ ਹਾਂ, ਸਾਡੀ ਅਰਥ ਵਿਵਸਥਾ ਦੀ ਗੱਲ ਕਰਦੇ ਹੈ, ਸਾਡੀ ਇਕੋਨਮੀ ਬਿਲਕੁਲ ਹੀ ਖਰਾਬ ਹੋ ਜਾਏਗੀ ਜੇਕਰ ਸਾਡਾ ਕਿਸਾਨ ਤੇ ਸਾਡੇ ਮਜ਼ਦੂਰ ਸੜਕਾਂ ਤੇ ਆ ਗਏ, ਹੈ ਨਾ। ਅਸੀਂ ਕਹਿੰਦੇ ਹਾਂ ਕਿ ਉਹ ਕਦੇ ਭੁੱਖੇ ਨਹੀਂ ਮਰਦੇ ਜਿਨ੍ਹਾਂ ਦੇ
ਜਿਨ੍ਹਾਂ ਦਾ ਜਨਮ ਕੀਰਤੀਆਂ ਦੇ ਘਰ ਹੋਇਆ ਹੋਵੇ ਹੈ ਨਾ। ਸੋ ਅਸੀਂ ਕਿਰਤ ਕਰਦੇ ਹਾਂ, ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਰਾਣੀ ਸਿਖਾਈ ਹੋਈ ਹੈ। ਪਰ ਅੱਜ ਵੀ ਆਪਣੇ ਹੱਕਾਂ ਦੇ ਲਈ ਅਸੀਂ ਸੜਕਾਂ ਤੇ ਰੁਲੇ ਹੋਏ ਹਾਂ। ਮਹਿੰਗਾਈ ਤੁਸੀਂ ਵਧਾਈ ਜਾਂਦੇ ਹੋ, ਕੁਝ ਗੱਲਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤੇ ਜਾ ਰਹੇ ਨੇ ਹੈ ਨਾ। ਹੁਣ ਜਿਹੜੀ ਹੈਗੀ ਆ ਲਖੀਮਪੁਰ ਵਾਲੀ ਜਿਹੜੀ ਹੈਗੀ ਆ ਘਟਨਾ ਹੈਗੀ ਆ, ਉਹਦੇ ਤੇ ਉਹਦਾ ਅਸਰ ਕਿੰਨਾ ਜ਼ਿਆਦਾ ਹੋਇਆ। ਅਸੀਂ ਇੱਥੇ ਬੈਠੇ ਰੋਏ ਆ ਜੀ, ਉਹਨਾਂ ਘਰਾਂ ਦੇ ਦੀਵੇ ਬੁੱਝ ਗਏ। ਸਾਡਾ ਦਿਲ ਹੀ ਨਹੀਂ ਕਰਦਾ ਦੀਵਾਲੀ ਮਨਾਉਣ ਨੂੰ ਹੈ ਨਾ। ਅਸੀਂ ਇਹ ਵੀ ਕਰ ਸਕਦੇ ਹਾਂ ਕਿ ਇਸ ਵਾਰ ਜਿਹੜੀ ਸਾਡੀ ਉਹ ਕਾਲੀ ਦੀਵਾਲੀ ਆ, ਕਿਉਂਕਿ ਕਿੰਨੇ ਦਿਨ ਹੋ ਗਏ ਸਾਡੇ ਕਿਸਾਨ ਉੱਥੇ ਬੈਠੇ ਹੋਏ ਨੇ, ਸਾਡੇ ਘਰਾਂ ਦੇ ਮੁਖੀ ਉੱਥੇ ਬੈਠੇ ਹੋਏ ਨੇ। ਹੁਣ ਠੰਡ ਆਉਣ ਵਾਲੀ ਹੈ ਨਾ, ਮੀਂਹ ਵੀ ਪੈ ਰਿਹਾ, ਕਿੰਨਾ ਪੰਜਾਬ ਦੇ ਵਿੱਚ ਕਿੰਨਾ ਦਿੱਲੀ ਦੇ ਵਿੱਚ ਸਾਡੇ ਕਹਿਰ ਹੋਇਆ ਪਿਆ ਆ, ਪਰ ਸਰਕਾਰਾਂ ਟਸ ਤੋਂ ਮਸ ਨਹੀਂ ਹੋ ਰਹੀਆਂ ਨੇ। ਸੋ ਕਮਲ, ਤੁਸੀਂ ਦੇਖਿਆ ਹੋਣਾ ਵੀ ਬੀਤੇ ਦਿਨੀ ਇਸੇ ਤਰ੍ਹਾਂ ਜਿਹੜਾ ਬਿਆਨ ਆਇਆ ਸੀਗਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵੀ ਤੇ ਤੋਮਰ ਸਾਹਿਬ ਵੱਲੋਂ ਵੀ, ਤੇ ਕਹਿੰਦੇ ਕਿ ਵੀ ਜਿਹੜਾ ਸੰਘਰਸ਼ ਹੈ ਉਹਦਾ ਹੁਣ ਖਤਮ ਹੋਣ ਵਾਲਾ ਹੈ। ਲੇਕਿਨ ਉਹਨਾਂ ਨੂੰ ਉਹ ਚੀਜ਼ ਨਹੀਂ ਦਿਖਾਈ ਦਿੰਦੀ ਕਿ ਵੀ ਸਰਹੱਦ ਦੇ ਉੱਪਰ ਹਜੇ ਵੀ ਕਿਸਾਨ ਜਿਹੜੇ ਨੇ ਉਹ ਪਹਿਲਾਂ ਦੇ ਮੁਕਾਬਲੇ ਵਧਣੇ ਸ਼ੁਰੂ ਹੋ ਗਏ ਨੇ। ਔਰ ਉਹਨਾਂ ਨੇ ਕਿਹਾ ਸੀ ਮੁੱਠੀ ਭਰ ਕਿਸਾਨ, ਔਰ ਇਹ ਮੁੱਠੀ ਭਰ ਕਿਸਾਨ ਹੀ ਆ ਜਿਨ੍ਹਾਂ ਨੇ ਉਹਨਾਂ ਦੀ ਜਿਹੜੀ ਜਾਨ ਆ ਉਹਨਾਂ ਦੇ ਹਲਕ 'ਚ ਲਿਆਂਦੀ ਹੋਈ ਆ ਇਸ ਸਮੇਂ ਦੇ ਉੱਪਰ, ਜੇ ਦੇਖਿਆ ਜਾਵੇ ਤਾਂ। ਬਿਲਕੁਲ। ਸੋ ਟਿੱਪਣੀਆਂ ਤਾਂ ਬਹੁਤ ਕੀਤੀਆਂ ਜਾਂਦੀਆਂ ਨੇ, ਲੇਕਿਨ ਸਰਕਾਰਾਂ ਲੋਕਾਂ ਦੇ ਹਿੱਤਾਂ ਨੂੰ ਦੇਖ ਕੇ ਕੁਝ ਨਹੀਂ ਕਰਦੇ। ਜਿੱਥੇ ਹੁਣ ਉਹਨਾਂ ਵੱਲੋਂ ਇਹ ਵੀ ਕਿਹਾ ਜਾਂਦਾ ਵੀ ਜਿਹੜੇ ਛੋਟੇ ਦਰਜੇ ਦੇ ਕਿਸਾਨ ਨੇ ਉਹ ਰਲ ਕੇ ਖੇਤੀ ਕਰੋ। ਭਾਈ ਹੁਣ ਜਿਹੜੇ ਬੰਦੇ ਕੋ ਹੋਏਗੀ ਉਨੀ ਪੂੰਜੀ, ਕੱਲ ਨੂੰ ਉਹ ਰਲ ਕੇ ਕਰਨਗੇ, ਕੱਲ ਨੂੰ ਆਪਸ 'ਚ ਵਿਵਾਦ ਵੀ ਤਾਂ ਪੈਦਾ ਹੋ ਸਕਦਾ ਵੀ ਭਾਈ ਮੈਂ ਇੰਨਾ ਕੰਮ ਕੀਤਾ ਸੀ, ਤੂੰ ਇੰਨਾ ਦੇ। ਇਹ ਲੋਕਾਂ ਲਈ ਕਰ ਕੀ ਰਹੇ ਨੇ? ਸਿਰਫ ਇੱਕ ਉਲਝਾ ਰਹੇ ਨੇ, ਹੋਰ ਕੁਝ ਨਹੀਂ। ਕਿ ਤੁਸੀਂ ਉਹਨਾਂ ਲਈ ਕੁਝ ਇਹੋ ਜਿਹੀਆਂ ਯੋਜਨਾਵਾਂ ਲੈ ਕੇ ਆਓ ਕਿ ਉਹਨਾਂ ਨੂੰ ਰੋਲਣਾ ਨਾ ਪਵੇ, ਉਹਨਾਂ ਲਈ ਐਕਸਟਰਾ ਰੋਜ਼ਗਾਰ ਹੋਵੇ, ਛੋਟੇ ਕਿਸਾਨਾਂ ਲਈ ਖੇਤੀ ਦੇ ਨਾਲ ਐਕਸਟਰਾ ਰੋਜ਼ਗਾਰ ਹੋਵੇ, ਤੇ ਤਾਂ ਜੋ ਇਸ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਨਾ ਆਉਣ ਸਾਡੇ ਦੇਸ਼ ਦੇ ਵਿੱਚ। ਬਿਲਕੁਲ ਬਿਲਕੁਲ। ਕਹਿੰਦੇ ਨੇ ਕਿ ਸਰਕਾਰ ਜਿਹੜੀ ਹੈ ਮੋਢੀ ਹੈ ਸਾਡੇ ਸਮਾਜ ਦੇ ਲਈ, ਸਾਡੇ ਭਾਰਤ ਦੇ ਲਈ। ਜੇਕਰ ਸਰਕਾਰਾਂ ਆਪਾਂ ਕਹਿ ਦਈਏ ਘਰ ਦੇ ਵਿੱਚ ਜਿਹੜਾ ਮੇਨ ਮੋਢੀ ਹੁੰਦਾ ਹੈ ਸਾਡਾ, ਜੇਕਰ ਪਰਿਵਾਰ ਦਾ ਮੁਖੀ ਜਿਹੜਾ ਹੈਗਾ ਉਹ ਗਲਤ ਕੰਮ ਕਰਨ ਲੱਗ ਪਏ, ਪਰਿਵਾਰ ਫਿਰ ਗਿਆ ਖੂਹ ਦੇ ਵਿੱਚ ਹੈ ਨਾ। ਇਸੇ ਤਰ੍ਹਾਂ ਹੀ ਆ ਜੇਕਰ ਜਿਹੜੀਆਂ ਸਰਕਾਰਾਂ ਨੇ ਜਿਨ੍ਹਾਂ ਨੂੰ ਅਸੀਂ ਖੁਦ ਚੂਜ਼ ਕੀਤਾ ਹੋਇਆ ਹੈ, ਅਗਰ ਉਹ ਗਲਤ ਕੰਮ ਕਰਦੀਆਂ ਨੇ ਤਾਂ ਫਿਰ ਭਾਰਤ ਪੂਰਾ ਦਾ ਪੂਰਾ ਜਿਹੜਾ ਹੈਗਾ ਸਾਡੀ ਇਕਨੋਮੀ ਹੈਗੀ ਆ ਉਹ ਡਿੱਗ ਜਾਏਗੀ। ਔਰ ਅਸੀਂ ਜਿਹੜੇ ਹੈਗੇ ਉਹ ਉਸ ਕਹਿੰਦੇ ਨਾ ਵੈਂਟੀਲੇਟਰ ਤੇ ਪਿਆ ਹੋਵਾਂਗੇ, ਜਿੱਥੇ ਅਸੀਂ ਸਾਹ ਦੇ ਲਈ ਵੀ ਹੱਥ ਜੋੜ ਕੇ ਪੈਰਾਂ 'ਚ ਪੈ ਕੇ ਕਿਸੇ ਤੋਂ ਮੰਗ ਤੇ ਬਣ ਰਹੇ ਹਾਂ। ਸੋ ਮੈਨੂੰ ਲੱਗਦਾ ਹੈ ਕਿ ਠੀਕ ਹੈ, ਪਰ ਸਰਕਾਰਾਂ ਆਪਣੇ ਪੱਖ ਦੀਆਂ ਹਮੇਸ਼ਾ ਹੀ ਸਟੇਜਾਂ ਤੇ ਚੜ੍ਹ ਕੇ ਹੱਕਾਂ 'ਚ ਬੋਲਦੀਆਂ ਨੇ, ਸਾਡੇ ਹੱਕਾਂ 'ਚ ਬੋਲਦੀਆਂ ਨੇ, ਪਰ ਪ੍ਰਸ਼ਨ ਤਾਂ ਜ਼ਰੂਰ ਉਠਾਈਏ ਕੀ ਕੀਤਾ ਸਾਡੇ ਲਈ। ਜਦ ਪੁੱਛੇ ਉਹ ਕੀਤਾ ਬਹੁਤ ਕੁਛ ਹੈ, ਫਿਰ ਲਿਸਟ ਆਪਣੀ ਵੀ ਕੱਢ ਕੇ ਮਾਰੋ। ਇਹੋ ਜਿਹਾਂ ਦੇ ਲਈ ਇਹੋ ਜਿਹਾ ਹੀ ਹੋਣਾ ਪੈਂਦਾ। ਮੈਨੂੰ ਲੱਗਦਾ ਮਹਿੰਗਾਈ ਦੀਆਂ ਅਸੀਂ ਗੱਲਾਂ ਕਰਦੇ ਸੀ, ਸਾਡੇ ਦਿਲ ਦੀਆਂ ਗੱਲਾਂ ਆ ਗਈਆਂ ਨੇ, ਬਾਹਰ ਆ ਗਈਆਂ। ਔਰ ਜ਼ਿਕਰ ਕੀਤਾ ਵੀ ਪੁੱਛਣਾ ਚਾਹੀਦਾ ਕੀ ਕੀਤਾ। ਇਦਾਂ ਦਾ ਇੱਕ ਕਿੱਸਾ ਤੁਹਾਨੂੰ ਪਤਾ ਨਹੀਂ ਹੈਗਾ ਕਿ ਪਿਛਲੇ ਦਿਨੀ ਵੀ ਹੋਇਆ। ਕੀ ਹੋਇਆ? ਇੱਕ ਕਾਂਗਰਸ ਵਿਧਾਇਕ ਕੋ ਇੱਕ ਮੁੰਡੇ ਨੇ ਪੁੱਛ ਲਿਆ, ਕਹਿੰਦੇ ਤੁਸੀਂ ਇੰਨੇ ਸਾਲ ਦੇ ਵਿੱਚ ਵਿਕਾਸ ਕਾਰਜ ਕਿਹੜਾ ਕੀਤਾ? ਹਾਂ, ਤੁਹਾਨੂੰ ਪਤਾ ਫਿਰ ਉਹਦਾ ਕੀ ਹੋਇਆ? ਨਾਲੇ ਤਾਂ ਵਿਧਾਇਕ ਨੇ ਕੁੱਟਿਆ, ਨਾਲੇ ਉਹਨਾਂ ਦੇ ਹਮਾਇਤੀਆਂ ਨੇ ਉਹ ਮੁੰਡੇ ਦੀ ਕੁੱਟਮਾਰ ਕੀਤੀ। ਸੋ ਅੱਜ ਦਾ ਜਿਹੜਾ ਸਮਾਂ ਆ ਇਸ ਤਰ੍ਹਾਂ ਦਾ ਆ ਗਿਆ ਕਿ ਆਮ ਇਨਸਾਨ ਆਪਣੇ ਹੱਕ ਲਈ ਲੜ ਵੀ ਨਹੀਂ ਸਕਦਾ ਔਰ ਨਾ ਹੀ ਪੁੱਛ ਸਕਦਾ ਹੈ, ਕਿਉਂਕਿ ਟੈਕਸ ਅਸੀਂ ਪੇ ਕਰਦੇ ਆ, ਲੇਕਿਨ ਉਹ ਕਿੱਥੇ ਵਰਤਿਆ ਜਾਂਦਾ ਉਹ ਪੁੱਛਣ ਦਾ ਹੱਕ ਅੱਜ ਸਾਡੇ ਕੋਲ ਨਹੀਂ ਹੈ। ਔਰ ਇੱਕ ਜ਼ਰੂਰ ਜਾਂਦੇ ਇੱਕ ਮੈਂ ਗੁਜ਼ਾਰਿਸ਼ ਕਰ ਰਹੀ ਹਾਂ, ਅਗਰ ਔਰਤਾਂ ਨੂੰ ਲੱਗਦਾ ਪਿਆ ਹੈਗਾ, ਮੈਂ ਤਾਂ ਜ਼ਰੂਰ ਲਿਖਾਂਗੀ ਕਿਉਂਕਿ ਮੇਰੇ ਨਾਲ ਵੀ ਇਹ ਚੀਜ਼ ਮੈਂ ਖੁਦ ਉਹਦੇ ਕੰਨੀ ਸੁਣਿਆ, ਔਰ ਜੇਕਰ ਅੱਗੇ ਵੀ ਮੁੜ ਕੇ ਹੋਏਗਾ ਮੈਂ ਵੀਡੀਓ ਬਣਾ ਕੇ ਮਤਲਬ ਦਿਖਾਵਾਂਗੀ ਔਰ ਦੱਸਾਂਗੀ। ਠੀਕ ਆ, 5 ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਸਾਰੇ ਆਪਣੀ ਡਿਊਟੀਆਂ ਨਿਭਾਉਂਦੇ ਨੇ, ਪਰ ਕਿਸੇ ਨੂੰ ਵੀ ਇਹ ਰਾਈਟ ਨਹੀਂ ਦਿੱਤਾ ਗਿਆ ਕਿ ਗਲਤ ਬੋਲੇ ਕਿਸੇ ਦੇ ਲਈ ਵੀ, ਕਿਉਂਕਿ ਤੂੰ ਆਪਣੇ ਘਰੋਂ ਨਹੀਂ ਸਰਵਿਸ ਦੇ ਰਿਹਾ, ਇਹ ਸਰਕਾਰ ਦੀ ਸਰਵਿਸ ਹੈ। ਅਗਰ ਜੇਕਰ ਆਦਮੀ ਟੈਕਸ ਪੇ ਕਰਦਾ ਤੇ ਔਰਤ ਵੀ ਟੈਕਸ ਪੇ ਕਰਦੀ ਹੈ, ਅਸੀਂ ਕੰਮਾਂ ਕਾਰਾਂ ਵਾਲੇ ਆ, ਅਸੀਂ ਵੀ ਟੈਕਸ ਪੇ ਕਰਦੇ ਆ। ਔਰ ਜੇਕਰ ਇਦਾਂ ਦੀ ਕੋਈ ਗੱਲ ਹੁੰਦੀ ਹੈ, ਇਹਦੇ ਲਈ ਆਪਾਂ ਜ਼ਰੂਰ ਮੁੱਦਾ ਚੱਕੀਏ, ਕਿਉਂਕਿ ਸਭ ਦੇ ਲਈ ਸੈਲਫ ਰਿਸਪੈਕਟ, ਸਭ ਦੇ ਲਈ ਰਿਸਪੈਕਟ ਜਿਹੜੀ ਹੈ ਬਹੁਤ ਉੱਪਰ ਹੈ, ਬਹੁਤ ਮਾਇਨੇ ਰੱਖਦੀ ਹੈ। ਅਗਰ ਮੈਂ ਇਹ ਜ਼ਰੂਰ ਕਹਿੰਦੀ ਹਾਂ ਕਿ ਮੈਂ ਜ਼ਰੂਰ ਇੱਕ ਚਿੱਠੀ ਲਿਖਾਂਗੀ, ਈਮੇਲ ਪਾਵਾਂਗੀ ਕਿ ਇਦਾਂ ਦੀਆਂ ਚੀਜ਼ਾਂ ਟਰਾਂਸਪੋਰਟ ਮੰਤਰੀ ਨੂੰ ਦੱਸਾਂਗੇ ਆਪਾਂ ਜ਼ਰੂਰ ਕਿ ਇਦਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ। ਅਗਰ ਸਰਵਿਸ ਦੇ ਰਹੇ ਹੋ ਤੇ ਚੱਜ ਦੇ ਤਰੀਕੇ ਨਾਲ ਦਿਓ, ਨਹੀਂ ਤਾਂ ਨਾ ਹੀ ਦਿਓ, ਬੰਦ ਕਰ ਦਿਓ। ਥੋੜੇ ਦਿਨਾਂ ਤੱਕ ਨੰਬਰ ਜਾਰੀ ਕਰਨ ਲੱਗੇ ਨੇ, ਤੁਸੀਂ ਕੋਈ ਵੀ ਇਸ ਤਰ੍ਹਾਂ ਦੀ ਕੰਪਲੀਟ ਹੋਏਗੀ ਤੁਸੀਂ ਉਹਦੇ ਤੇ ਉਹਨਾਂ ਨੂੰ ਭੇਜ ਸਕਦੇ ਹੋ। ਤੇ ਉਹ ਸਪੈਸ਼ਲ ਜਿੱਦਾਂ ਤੁਸੀਂ ਕਿਹਾ ਵੀ ਤੁਸੀਂ ਟਰਾਂਸਪੋਰਟ ਮੰਤਰੀ ਨੂੰ ਦੱਸਣਾ ਹੈ, ਉਹ ਸਪੈਸ਼ਲ ਉਹਨਾਂ ਦੇ ਕੋਲ ਚਿੱਠੀ ਜਾਏਗੀ ਤੁਹਾਡੀ ਹੁਣ ਸਿੱਧੀ। ਮੈਨੂੰ ਲੱਗਦਾ ਫਿਰ ਬਿਜ਼ੀ ਹੋਣ ਵਾਲੀਆਂ ਹੋਣੀਆਂ ਨੰਬਰਾਂ, ਇਹ ਤਦ ਕਰਕੇ ਸਭ ਪੈਂਤਰੇ ਅਪਣਾਏ ਜਾਂਦੇ ਨੇ, ਕਿਉਂਕਿ ਆਉਣ ਜਾਣ ਵਾਲੀਆਂ ਨੇ ਇਲੈਕਸ਼ਨਸ, ਤੇ ਇਲੈਕਸ਼ਨ ਦੇ ਵੇਲੇ ਇਹੀ ਕੰਮ ਹੋਣਾ। ਪਰ ਆਪਾਂ ਜ਼ਰੂਰ ਕਰਨਾ ਹੈ, ਆਪਣੇ ਹੱਕਾਂ ਦੇ ਲਈ ਜ਼ਰੂਰ ਕਰਨਾ ਹੈ। ਔਰ ਸਾਡੀਆਂ ਅੱਜ ਦੀਆਂ ਗੱਲਾਂ
ਠੀਕ ਹੈ, ਕਿਸੇ ਨੂੰ ਲੱਗਣਗੀਆਂ ਖਰੀਆਂ ਤੇ ਕਿਸੇ ਲੱਗਣਗੀਆਂ ਖੋਟੀਆਂ, ਖੋਟੀਆਂ। ਪਰ ਅਸੀਂ ਤਾਂ ਪ੍ਰੋਗਰਾਮ ਹੀ ਇਸੇ ਕਰਕੇ ਲਿਖਿਆ ਖਰੀਆਂ ਖੋਟੀਆਂ। ਬਿਲਕੁਲ, ਤੁਸੀਂ ਹੱਸਦੇ ਰਹੋ, ਵਸਦੇ ਰਹੋ, ਖੁਸ਼ ਰਹੋ, ਔਰ ਜਦੋਂ ਵੀ ਕਿਤੇ ਸਮਾਜ ਦੇ ਵਿੱਚ ਗਲਤ ਹੋਵੇ ਜ਼ਰੂਰ ਆਪਣੀ ਆਵਾਜ਼ ਨੂੰ ਬੁਲੰਦ ਰੱਖੋ। ਸੋ ਮੈਨੂੰ ਕਮਲਪ੍ਰੀਤ ਕੌਰ ਨੂੰ ਤੇ ਮੈਨੂੰ ਰੀਨਾ ਸੁਮਨ ਨੂੰ ਦਿਓ ਇਜਾਜ਼ਤ। ਸੋ ਅਗਲੇ ਹਫਤੇ ਇੱਕ ਵਾਰ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ ਕੁਝ ਨਵਾਂ ਪ੍ਰੋਗਰਾਮ ਲੈ ਕੇ। ਤਦ ਤੱਕ ਲਈ ਦਿਓ ਇਜਾਜ਼ਤ। ਸ਼ੁਕਰੀਆ। ਸ਼ੁਕਰੀਆ।